ਚੱਲ ਪੁੱਤ ਘਰ ਚੱਲੀਏ, ਚੱਲ ਪੁੱਤ ਘਰ ਚੱਲੀਏ। ਵਾਹ ਵੀ ਬਾਬਾ ਦੇਰ ਮਾਨ ਮੇਰੇ ਪੁੱਤ ਨੂੰ, ਸ਼ੇਰ ਪੁੱਤ ਨੂੰ ਕਰਦੇ ਕੀ ਮੁੱਕ ਹੈ ਵਾਹਿਗੁਰੂ ਵਾਹਿਗੁਰੂ ਸੁੱਖ ਉੱਠ ਉੱਠ ਨਹੀਂ ਘਰ ਆਪਾਂ ਇਹ ਸੁੱਖ ਕਿੱਥੇ ਗਿਆ ਹੈ ਕੰਮ ਤੇ ਜਾਣਾ ਨਾ ਉੱਠ ਮੇਰਾ ਸ਼ੇਰ ਬਣ ਇਹ ਬਾਬਾ ਰਮਾਨ ਦੇ ਮੇਰੇ ਬੇਟੇ ਬਾਬਾ ਸੰਗਤ ਏਡ ਮੈਡੀਕਲ ਫੰਡ ਦੀ ਸਮੂਹ ਸੰਗਤ ਨੂੰ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤ ਸੰਗਤ ਜੀ, ਅੱਜ ਅਸੀਂ ਆਏ ਹਾਂ ਭਾਈ ਸੁਖਵਿੰਦਰ ਸਿੰਘ ਜੀ ਉਹਨਾਂ ਦੇ ਪਾਸ, ਜਿਹੜੇ ਕਿ ICU ਦੇ ਵਿੱਚੋਂ ਰਾਤ ਹੀ ਜਨਰਲ ਵਾਰਡ ਦੇ ਵਿੱਚ ਡਾਕਟਰਾਂ ਵੱਲੋਂ ਸ਼ਿਫਟ ਕਰ ਦਿੱਤੇ ਗਏ ਨੇ। ਸੋ ਜਿਨ੍ਹਾਂ ਦੀ ਹਾਲਤ ਹੁਣ ਕਾਫੀ ਠੀਕ ਹੈ, ਅੱਗੇ ਨੂੰ ਕਾਫੀ ਉਹਨਾਂ ਦੀ ਜਿਹੜੀ ਸਿਹਤ ਹੈ ਅੱਗੇ ਨਾਲੋਂ ਸਥਿਰ ਹੈ, ਅਤੇ ਜਨਰਲ ਵਾਰਡ ਦੇ ਵਿੱਚ ਵੀ ਉਹਨਾਂ ਦਾ ਜਿਹੜਾ ਟਰੀਟਮੈਂਟ ਹੈ ਉਹ ਬਕਾਇਦਾ ਜਾਰੀ ਹੈ। ਭਾਵੇਂ ਕਿ ਹਾਲੇ ਕਿਉਂਕਿ ਸਿਰ ਦੇ ਵਿੱਚ ਬੜੀ ਗੰਭੀਰ ਸੱਟ ਸੀਗੀ, ਚੋਟ ਸੀਗੀ, ਅਤੇ ਇਹਨਾਂ ਦੇ ਸਿਰ ਵਿੱਚ ਜਿਵੇਂ ਡਾਕਟਰਾਂ ਦੇ ਦੱਸਣ ਮੁਤਾਬਕ ਜਿਹੜਾ ਕਲੌਡ ਹੈ ਉਹ ਹੌਲੀ ਹੌਲੀ ਖੁਰੇਗਾ, ਜਿਹੜਾ ਜਮ੍ਹਾਂ ਹੋਇਆ ਅੱਗੇ ਵਧਣ ਤੋਂ ਰੁਕ ਗਿਆ, ਜਿਹੜਾ ਕਿ ਇਹਨਾਂ ਨੂੰ ਨੁਕਸਾਨ ਪਹੁੰਚਾ ਸਕਦਾ ਸੀਗਾ ਉਹ ਅੱਗੇ ਨਹੀਂ ਵਧਿਆ ਪਰ ਰੁਕ ਗਿਆ, ਅਤੇ ਹੌਲੀ ਹੌਲੀ ਜਿਹੜਾ ਇਹਨਾਂ ਦੀ ਸਿਹਤ ਜਿਹੜੀ ਹੈ ਉਹ ਸਹੀ ਹੋ ਰਹੀ ਹੈ। ਅਤੇ ICU ਤੋਂ ਕੱਲ੍ਹ ਰਾਤ ਹੀ ਯਾਨੀ ਕਿ 13 ਤਰੀਕ ਨੂੰ ਸ਼ਾਮ ਨੂੰ ਇਹਨਾਂ ਨੂੰ ਹੁਣ ਜਨਰਲ ਵਾਰਡ ਦੇ ਵਿੱਚ 13/5/2021 ਦੀ ਗੱਲ ਇਹਨਾਂ ਨੂੰ ਸ਼ਿਫਟ ਕੀਤਾ ਗਿਆ। ਸੋ ਸਾਡੇ ਨਾਲ ਭਾਈ ਸੁਖਵਿੰਦਰ ਸਿੰਘ ਦੇ ਭਰਾ ਭਾਈ ਹਰਵਿੰਦਰ ਸਿੰਘ ਜੀ ਹਨ। ਸੋ ਆਓ ਉਹਨਾਂ ਦੇ ਕੋਲੋਂ ਜਾਣਕਾਰੀ ਲੈਂਦੇ ਹਾਂ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਇਹ ਕੁਝ ਪਹਿਲਾਂ ਸਾਡੇ ਦੋਨਾਂ ਭਰਾਵਾਂ ਦਾ ਐਕਸੀਡੈਂਟ ਹੋਇਆ ਇਹਨਾਂ ਦਾ, ਅਤੇ ਕਾਫੀ ਹਾਲਤ ਗੰਭੀਰ ਸੀਗੀ। ਸਾਡੇ ਕੋਲ ਇੰਨੇ ਪੈਸੇ ਨਹੀਂ ਸੀਗੇ ਜੋ ਅਸੀਂ ਇਹਨਾਂ ਦਾ ਇਲਾਜ ਕਰਵਾ ਸਕੀਏ। ਚਲੋ ਆਪ ਜੀ ਸੰਗਤ ਐਡ ਮੈਡੀਕਲ ਫੰਡ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਆ, ਜਿਨ੍ਹਾਂ ਨੇ ਸਾਡੇ ਵੀਰਾਂ ਦਾ ਇਲਾਜ ਕਰਵਾ ਰਹੇ ਨੇ ਹੁਣ ਵੀ। ਅਤੇ ਕੱਲ੍ਹ ਇਹਨਾਂ ਨੂੰ ਵੀਰ ਨੂੰ ਜਨਰਲ ਵਾਰਡ ਦੇ ਵਿੱਚ ਲਿਆਂਦਾ ਗਿਆ ਵਾ, ਅਤੇ ਡਾਕਟਰਾਂ ਨੇ ਸਾਨੂੰ ਇਹ ਦੱਸਿਆ ਵੀ 4-5 ਦਿਨਾਂ ਤੱਕ ਹੋਰ ਵੀ ਇਹਦੀ ਕਵਰ ਹੋ ਜਾਏਗੀ, ਸਿਹਤ ਠੀਕ ਹੋ ਜਾਏਗੀ। ਅਤੇ ਬਹੁਤ ਬਹੁਤ ਧੰਨਵਾਦ ਸੰਗਤ ਐਡ ਮੈਡੀਕਲ ਫੰਡ ਦਾ। ਹੁਣ ਜਿਹੜੀ ਹੁਣ ਡਾਕਟਰਾਂ ਨੇ ਨਾਲ ਤੁਹਾਡੀ ਜਦੋਂ ਰਾਤੀ ਗੱਲ ਹੋਈ ਡਾਕਟਰ ਰਾਘਵ ਵਧਵਾ ਨਾਲ? ਹਾਂਜੀ ਹਾਂਜੀ। ਅਤੇ ਡਾਕਟਰ ਰਾਘਵ ਵਧਵਾ ਦਾ ਹੁਣ ਕੀ ਕਹਿਣਾ ਵਾ ਵੀ ਕਿੰਨੇ ਦਿਨਾਂ ਤੱਕ ਇਹਨਾਂ ਦੀ, ਕਿਉਂਕਿ ਹਾਲੇ ਦੀ ਹਾਲਤ ਜਿਹੜੀ ਹੈ ਨਾ ਉਹ ਇੰਨੀ ਜ਼ਿਆਦਾ ਨਹੀਂ ਨਾਸਾਜ਼, ਹਾਂਜੀ, ਅਤੇ ਇਹ ਨੋਰਮਲ ਜਿਹੜੀ ਕੰਡੀਸ਼ਨ ਇਹਨਾਂ ਦੀ ਕਿੰਨੇ ਚਿਰ ਤੱਕ ਹੋ ਸਕਦੀ? ਉਹਨਾਂ ਨੇ ਕਿਹਾ ਵੀ 4-5 ਦਿਨਾਂ ਤੱਕ ਕਵਰ ਹੋ ਜਾਏਗਾ ਬੋਲਣ ਦੇ ਵਿੱਚ ਸ਼ਾਇਦ, ਅਤੇ ਬਾਕੀ ਜਿਹੜੀ ਕੰਡੀਸ਼ਨ ਅੱਗੋਂ ਦੇਖ ਕੇ ਵੀ ਜਨਰਲ ਵਾਰਡ ਦੇ ਵਿੱਚ ਟਾਈਮ ਥੋੜ੍ਹਾ ਲੱਗੇਗਾ। ਵੈਸੇ ਉਹਦਾ 4-5 ਦਿਨਾਂ ਵਿੱਚ ਕਵਰ ਹੋ ਜਾਊਗਾ ਬੋਲਣ। ਠੀਕ ਹੈ। ਹਾਂਜੀ। ਅਤੇ ਉਹ ਸਿਰ ਦੀ ਸੱਟ ਬਾਰੇ ਡਾਕਟਰ ਸਾਹਿਬ ਨਾਲ ਤੁਹਾਡੀ ਕੋਈ ਗੱਲ ਹੋਈ ਹੈ? ਉਹਨਾਂ ਦੇ ਆਈ ਸੀ CT ਸਕੈਨ ਵੀ, ਉਹਨਾਂ ਨੇ ਕਿਹਾ ਵੀ ਕਾਫੀ ਠੀਕ ਅੱਗੇ ਨਾਲੋਂ। ਅਤੇ ਬਾਕੀ ਹੁਣ ਦੇਖੋ ਜਨਰਲ ਵਾਰਡ ਦੇ ਵਿੱਚ 4-5 ਦਿਨਾਂ ਦੇ ਵਿੱਚ ਦੇਖੋ ਟਰੀਟਮੈਂਟ ਚੱਲ ਰਿਹਾ ਹਜੇ ਵੀ। ਇੱਧਰ ਧਿਆਨ ਕਰ, ਇੱਧਰ ਅੱਗੇ ਦੇਖੋ। ਹਾਂਜੀ, ਸੀਰਤ ਆਈ, ਸੀਰਤ ਗੱਲ ਕਰਨੀ ਸੀ ਇੱਥੇ ਨਾਲ ਨਾਲੇ ਖੜਾ ਸੀਰਤ ਉਹ ਭਾਜੀ ਆਈ ਨਾ ਭਾਜੀ ਕਿੰਨੇ ਸਾਰੇ ਅਤੇ ਬੁਲਾ ਲਏ ਸਾਧ ਸੰਗਤ ਜੀ, ਜਿਵੇਂ ਆਪ ਜੀ ਵੇਖ ਰਹੇ ਹੋ ਕਿ ਭਾਈ ਸੁਖਵਿੰਦਰ ਸਿੰਘ ਜਿਹੜੇ ਨੇ ਹੁਣ ਸਮਝ ਲੈਂਦੇ ਨੇ, ਇਹਨਾਂ ਲੱਤ ਪੈਰ ਵੀ ਹਿਲਾਉਣ ਲੱਗ ਪਏ ਨੇ,
ਤੇ ਆਵਾਜ਼ ਜਦੋਂ ਆਵਾਜ਼ ਮਾਰੋ ਤੇ ਕੁਝ ਸੁਣਦੇ ਨੇ, ਮਹਿਸੂਸ ਕਰਦੇ ਨੇ, ਪਰ ਹਾਲੇ ਜਿਹੜੇ ਬੋਲ ਪਾ ਰਿਹਾ ਤਾਂ ਉਹ ਡਾਕਟਰਾਂ ਦਾ ਕਹਿਣਾ ਹੈ ਕਿ ਇਹ 4-5 ਦਿਨਾਂ ਤੱਕ ਹੋਰ ਕਵਰ ਹੋਣਗੇ ਔਰ ਇਹਨਾਂ ਦੀ ਰਿਕਵਰੀ ਹੋਵੇਗੀ ਔਰ ਬੋਲਣ ਵੀ ਲੱਗ ਪੈਣਗੇ। ਇਲਾਜ ਜਿਹੜਾ ਇਹਨਾਂ ਦਾ ਜਾਰੀ ਹੈ ਭਾਈ ਸੁਖਵਿੰਦਰ ਸਿੰਘ ਹੋਣਾ ਦਾ। ਔਰ ਇਹ ਵੀ ਦੱਸ ਦਈਏ ਕਿ ਇਹਨਾਂ ਦੇ ਜਿਹੜੇ ਦੂਸਰੇ ਭਰਾ ਸੀਗੇ ਭਾਈ ਬਲਵਿੰਦਰ ਸਿੰਘ, ਪਿੰਡ ਸੁਲਤਾਨਵਿੰਡ, ਜ਼ਿਲ੍ਹਾ ਅੰਮ੍ਰਿਤਸਰ ਤੋਂ, ਜਿਹੜੇ ਨਾਲ ਹੀ ਇਹਨਾਂ ਦੇ ਫੱਟੜ ਹੋਏ ਸੀਗੇ, ਉਹ ਬਿਲਕੁਲ ਠੀਕ ਨੇ। ਉਹਨਾਂ ਦੇ ਸਿਰ ਦੇ ਟਾਂਕੇ ਵੀ ਜਿਹੜੇ ਉਹ ਖੁੱਲ੍ਹ ਚੁੱਕੇ ਨੇ ਔਰ ਉਹਨਾਂ ਦੀ ਜਿਹੜੀ ਮੈਡੀਸਿਨ ਜਿਹੜੀ ਹੁਣ ਕੇਵਲ ਜ਼ਖਮਾਂ ਵਾਸਤੇ ਚੱਲ ਰਹੀ ਸੀ, ਉਹ ਨੋਰਮਲ ਮੈਡੀਸਿਨ ਚੱਲ ਰਹੀ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ। ਸੋ ਸੰਗਤ ਏਡ ਮੈਡੀਕਲ ਫੰਡ ਦੀ ਟੀਮ ਆਪ ਸੰਗਤਾਂ ਨੂੰ ਭਾਈ ਸੁਖਵਿੰਦਰ ਸਿੰਘ ਦੀ ਜਿਹੜੀ ਹੁਣ ਤਾਜ਼ਾ ਜਾਣਕਾਰੀ ਉਹ ਆਪ ਜੀ ਦੇ ਸਨਮੁਖ ਰੱਖ ਰਹੀ ਹੈ। ਸੋ ਪਰਿਵਾਰ ਵੀ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰ ਰਿਹਾ ਹੈ। ਸੰਗਤ ਐਡ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਸਾਰੀ ਟੀਮ ਦਾ, ਇਹਨਾਂ ਦਾ, ਸੰਸਥਾ ਦਾ। ਸਾਡਾ ਪਰਿਵਾਰ ਵੀ ਇਸ ਗੱਲ ਨੂੰ ਬਹੁਤ ਕਲੋਜ਼ ਲੈ ਰਿਹਾ ਵਾ ਕਿ ਬਹੁਤ ਤਹਿ ਦਿਲੋਂ ਧੰਨਵਾਦ ਹੈ ਜਿਨ੍ਹਾਂ ਨੇ ਸਾਡੇ ਕੋਲ ਇੰਨੀ ਨਹੀਂ ਸੀ ਮਾਇਆ ਜਿਨ੍ਹਾਂ ਦਾ ਇਲਾਜ ਕਰਵਾ ਸਕੇ ਵੀਰਾਂ ਦਾ। ਅਸੀਂ ਬਹੁਤ ਧੰਨਵਾਦ ਕਰਦੇ ਸੰਸਥਾ। ਸੋ ਸਾਧ ਸੰਗਤ ਜੀ, ਆਪ ਵੇਖ ਰਹੇ ਹੋ ਕਿ ਜਿਵੇਂ ਭਾਈ ਸੁਖਵਿੰਦਰ ਸਿੰਘ ਦੇ ਭਰਾ ਭਾਈ ਹਰਵਿੰਦਰ ਸਿੰਘ ਜੀ ਦੱਸ ਰਹੇ ਨੇ ਕਿ ਸਾਡੇ ਕੋਲ ਇੰਨੀ ਗੁੰਜਾਇਸ਼ ਨਹੀਂ ਸੀ ਕਿ ਜਿੰਨਾ ਇਹਨਾਂ ਦਾ ਭਿਆਨਕ ਐਕਸੀਡੈਂਟ ਹੋਇਆ ਪਰਿਵਾਰ ਇਹਨਾਂ ਦਾ ਇਲਾਜ ਕਰਵਾ ਪਾਉਂਦਾ। ਸੋ ਇਸ ਗੁਰੂ ਨਾਨਕ ਹਸਪੀਟਲ ਦੇ ਵਿੱਚ ਇਹਨਾਂ ਦਾ ਜਿਹੜਾ ਇਲਾਜ ਹੋਇਆ ਬਹੁਤ ਵਧੀਆ ਸਹੂਲਤਾਂ ਦੇ ਨਾਲ। ਸੋ ਇਹ ਆਪ ਸੰਗਤਾਂ ਦੇ ਕਰਕੇ ਹੋ ਸਕਿਆ। ਜੇ ਆਪ ਸੰਗਤਾਂ ਇਹਨਾਂ ਦੀ ਜ਼ਿੰਮੇਵਾਰੀ ਨਾ ਲੈਂਦੇ ਜਾਂ ਆਪ ਸਹਿਯੋਗ ਨਾ ਕਰਦੇ, ਹੋ ਸਕਦਾ ਇਹਨਾਂ ਦੀ ਜਾਨ ਵੀ ਚਲੀ ਜਾਂਦੀ। ਛੋਟੇ ਛੋਟੇ ਇਹਨਾਂ ਦੇ ਬੱਚੇ ਨੇ, ਦਿਹਾੜੀ ਕਰਕੇ ਪਰਿਵਾਰ ਪਾਲਦੇ ਨੇ। ਸੋ ਆਪ ਸੰਗਤਾਂ ਨੇ ਸੰਗਤ ਏਡ ਮੈਡੀਕਲ ਫੰਡ ਸੰਸਥਾ ਵੱਲੋਂ ਕੀਤੀ ਅਪੀਲ ਨੂੰ ਪ੍ਰਵਾਨ ਕੀਤਾ ਔਰ ਅਗਾਂਹ ਵੀ ਜਿਵੇਂ ਟ੍ਰੀਟਮੈਂਟ ਚੱਲ ਰਿਹਾ, ਆਸ ਹੈ ਕਿ ਆਪ ਸੰਗਤਾਂ ਇਸੇ ਤਰ੍ਹਾਂ ਸੰਗਤ ਏਡ ਮੈਡੀਕਲ ਫੰਡ ਸੰਸਥਾ ਦਾ ਸਹਿਯੋਗ ਕਰਦੇ ਰਹੋਗੇ ਔਰ ਇਸੇ ਤਰ੍ਹਾਂ ਇਹ ਸੰਸਥਾ ਹੋਰ ਵੀ ਲੋੜਵੰਦ ਗਰੀਬ ਪਰਿਵਾਰ ਜਿਹੜੇ ਨੇ ਉਹਨਾਂ ਦੀ ਹੈਲਪ ਆਪ ਸੰਗਤਾਂ ਦੇ ਸਹਿਯੋਗ ਨਾਲ ਇਸੇ ਤਰ੍ਹਾਂ ਕਰਦੀ ਰਹੇਗੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਕਦੀ ਸਰ ਜੀ ਬਹਿ ਜਾਓ, ਸਰ ਕਰਦਾ ਰਹਿੰਦਾ। ਕੰਮ ਦੀਆਂ ਗੱਲਾਂ ਕਰਦੇ ਆ, ਗੱਲ ਦੀਆਂ। ਕੰਮ ਤੇ ਜਾਣਾ ਵਾ, ਮਿਸਤਰੀ ਨੇ ਕਿਹਾ ਵਾ ਲੈਂਟਰ ਭਰਨਾ ਵਾ, ਘਰ ਜਾਣਾ ਵਾ। ਆਓ ਯਾਰ, ਸੰਗਤ ਏਡ ਮੈਡੀਕਲ ਫੰਡ ਦੀ ਸਮੂਹ ਸੰਗਤ ਨੂੰ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤ ਸੰਗਤ ਜੀ, ਅੱਜ ਅਸੀਂ ਆਪ ਜੀ ਨੂੰ ਨਵੀਂ ਅਪਡੇਟ ਦੇ ਰਹੇ ਹਾਂ। ਭਾਈ ਸੁਖਵਿੰਦਰ ਸਿੰਘ ਜੀ, ਨਗਰ ਸੁਲਤਾਨਵਿੰਡ, ਜਿਹੜੇ ਕਿ ਲਗਭਗ ਅੱਜ ਤੋਂ ਮਹੀਨਾ ਕੁ ਪਹਿਲਾਂ ਰੋਡ ਐਕਸੀਡੈਂਟ ਦੇ ਵਿੱਚ ਕਾਫੀ ਗੰਭੀਰ ਜ਼ਖਮੀ ਹੋ ਗਏ ਸਨ ਔਰ ਜਿਨ੍ਹਾਂ ਦਾ ਟ੍ਰੀਟਮੈਂਟ, ਜਿਨ੍ਹਾਂ ਦਾ ਇਲਾਜ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਸੰਗਤ ਏਡ ਮੈਡੀਕਲ ਫੰਡ ਸੰਸਥਾ ਵੱਲੋਂ ਗੁਰੂ ਨਾਨਕ ਹਸਪੀਟਲ ਤਰਨਤਾਰਨ ਵਿਖੇ ਚੱਲ ਰਿਹਾ ਸੀਗਾ। ਸੋ ਅਸੀਂ ਆਪ ਜੀ ਨੂੰ ਵਿਖਾਉਂਦੇ ਹਾਂ ਕਿ ਉਹ ਹੁਣ ਬਿਲਕੁਲ ਠੀਕ ਹੋ ਚੁੱਕੇ ਨੇ। ਗੱਲਬਾਤ ਵੀ ਕਰਦੇ ਨੇ। ਥੋੜ੍ਹੀ ਬਾਲੀ ਪ੍ਰੋਬਲਮ ਹੈ ਜਿਹੜੀ ਕਿ ਹੌਲੀ ਹੌਲੀ ਉਹ ਠੀਕ ਹੋਵੇਗੀ। ਹੁਣ ਇਹ ਗੱਲਬਾਤ ਵੀ ਕਰਦੇ ਨੇ। ਹਾਲੇ ਇਹਨਾਂ ਨੂੰ ਪ੍ਰੋਪਰਲੀ ਭਾਵੇਂ ਪਤਾ ਨਹੀਂ ਲੱਗ ਰਿਹਾ, ਪਰ ਫਿਰ ਵੀ ਕਾਫੀ ਹੱਦ ਤੱਕ ਉਹਨੂੰ ਖਾਣਾ ਵੀ ਖਾਂਦੇ ਨੇ, ਗੱਲਬਾਤ ਵੀ ਕਰਦੇ ਨੇ। ਔਰ ਅੱਜ ਇਹਨਾਂ ਨੂੰ ਇੱਥੋਂ ਛੁੱਟੀ ਦਿੱਤੀ ਜਾ ਰਹੀ ਹੈ, ਘਰ ਭੇਜਿਆ ਜਾ ਰਿਹਾ। ਡਾਕਟਰ ਰਾਘਵ ਵਦਵਾ ਦੀ ਨਿਗਰਾਨੀ ਹੇਠ ਇਹਨਾਂ ਦਾ ਟ੍ਰੀਟਮੈਂਟ ਚੱਲਿਆ, ਇਹਨਾਂ ਦਾ ਇਲਾਜ ਚੱਲਿਆ। ਔਰ ਪਿਛਲੇ 1 ਮਹੀਨਾ ਪਹਿਲਾਂ ਜਦੋਂ ਇਹਨਾਂ ਨੂੰ ਹਸਪੀਟਲ ਲੈ ਕੇ ਆਂਦਾ ਗਿਆ ਸੀ, ਇਹਨਾਂ ਦੀ ਜ਼ਿੰਦਗੀ ਜਿਹੜੀ ਹੈ ਉਹਦੇ ਚਾਂਸ ਬਹੁਤ ਘੱਟ ਸਨ। ਨਾਲ ਹੀ ਇਹਨਾਂ ਦੇ ਭਰਾ ਬਲਵਿੰਦਰ ਸਿੰਘ ਜੀ ਵੀ ਫੱਟੜ ਹੋਏ ਸਨ। ਉਹ ਵੀ ਆਪ ਜੀ ਵੇਖ ਸਕਦੇ, ਉਹਨਾਂ ਦੇ ਪਿੱਛੇ ਹੁਣ ਖੜੇ ਨੇ, ਬਿਲਕੁਲ ਠੀਕ ਨੇ। ਉਹਨਾਂ ਦਾ ਇਲਾਜ ਵੀ ਸੰਗਤ ਏਡ ਵੱਲੋਂ ਆਪ ਸੰਗਤਾਂ ਦੇ ਸਹਿਯੋਗ ਨਾਲ ਇੱਥੇ ਹੀ ਗੁਰੂ ਨਾਨਕ ਹਸਪੀਟਲ ਦੇ ਵਿੱਚ ਕਰਵਾਇਆ ਗਿਆ ਸੀ। ਉਹ ਬਹੁਤ ਛੇਤੀ ਆਪਣੇ ਆਪ ਨੂੰ ਰਿਕਵਰ ਕਰ ਚੁੱਕੇ ਸਨ, ਕਿਉਂਕਿ ਉਹਨਾਂ ਦੇ ਸੱਟ ਬਿਲਕੁਲ ਥੋੜ੍ਹੀ ਸੀ, ਜ਼ਿਆਦਾ ਨਹੀਂ ਸੀ, ਭਾਵੇਂ ਕਿ ਉਹਨਾਂ ਦੇ ਟਾਂਕੇ ਵਗੈਰਾ ਅੱਖ 'ਤੇ ਲੱਗੇ ਹੋਏ ਸਨ। ਪਰ ਭਾਈ ਸੁਖਵਿੰਦਰ ਸਿੰਘ ਜਿਹੜੇ ਨੇ ਉਹ ਬਹੁਤ ਜ਼ਿਆਦਾ ਗੰਭੀਰ ਰੂਪ ਵਿੱਚ ਜ਼ਖਮੀ ਸਨ। ਲਗਭਗ 17-18 ਦਿਨ ICU ਵਿੱਚ ਵੀ ਰਹੇ ਨੇ ਔਰ ਪਿਛਲੇ 17-18 ਦਿਨ ਤੋਂ ਉਹ ਜਨਰਲ ਵਾਰਡ ਦੇ ਵਿੱਚ ਵੀ ਸ਼ਿਫਟ ਰਹੇ ਨੇ ਔਰ ਇੱਥੇ ਰਹੇ ਨੇ। ਔਰ ਅਸੀਂ ਸਮੇਂ-ਸਮੇਂ ਸਿਰ ਆਪ ਸੰਗਤਾਂ ਨੂੰ ਇਹਨਾਂ ਦੀ ਅਪਡੇਟ ਜਿਹੜੀ ਉਹ ਦਿੰਦੇ ਰਹੇ। ਔਰ ਅੱਜ ਅਸੀਂ
ਇਹ ਜਿਹੜੀ ਖਬਰ ਹੈ, ਇਹ ਜਿਹੜੀ ਜਾਣਕਾਰੀ ਆਪ ਨਾਲ ਸਾਂਝੀ ਕਰ ਰਹੇ ਹਾਂ ਕਿ ਅੱਜ ਸੁਖਵਿੰਦਰ ਸਿੰਘ ਆਪਣੇ ਘਰ ਜਾ ਰਹੇ ਨੇ, ਇਹਨਾਂ ਨੂੰ ਛੁੱਟੀ ਦਿੱਤੀ ਜਾ ਰਹੀ ਹੈ। ਜਦੋਂ ਇਹ ਆਏ ਸੀ ਹਾਲਤ ਬਹੁਤ ਗੰਭੀਰ ਸੀ। ਪਰਿਵਾਰ ਜਿਨ੍ਹਾਂ ਦੀ ਸਾਰੀ ਗੱਲਬਾਤ ਅਸੀਂ ਆਪ ਜੀ ਨਾਲ ਸਾਂਝੀ ਕੀਤੀ ਸੀਗੀ, ਬਹੁਤ ਗਰੀਬ ਪਰਿਵਾਰ ਸੀਗਾ। ਜਿੱਡਾ ਵੱਡਾ ਇਹਨਾਂ ਦੇ ਉੱਪਰ ਇਹ ਆਇਆ, ਇਹਨਾਂ ਦੇ ਸਮਾਂ ਆਇਆ, ਪਰਿਵਾਰ ਦੀ ਇੰਨੀ ਸਮਰੱਥਾ ਨਹੀਂ ਸੀਗੀ ਕਿ ਇਹ ਆਪਣੇ ਤਲ 'ਤੇ ਇਸ ਸਿਚੁਏਸ਼ਨ ਨੂੰ ਕਵਰ ਕਰ ਪਾਉਂਦੇ। ਆਪ ਸੰਗਤਾਂ ਨੇ ਸਹਿਯੋਗ ਕੀਤਾ, ਸੰਗਤ ਏਡ ਮੈਡੀਕਲ ਫੰਡ ਸੰਸਥਾ ਨੇ ਆਪ ਸੰਗਤਾਂ ਦੇ ਸਹਿਯੋਗ ਨਾਲ ਇਹਨਾਂ ਨੂੰ ਗੁਰੂ ਨਾਨਕ ਹਸਪੀਟਲ ਲੈ ਕੇ ਆਂਦਾ ਔਰ ਆਪ ਜੀ ਦੇ ਸਨਮੁਖ ਅਸੀਂ ਸਮੇਂ-ਸਮੇਂ 'ਤੇ ਸਕਰੀਨ 'ਤੇ ਇਹਨਾਂ ਦੀ ਅਪਡੇਟ ਆਪ ਜੀ ਨੂੰ ਦਿੱਤੀ। ਆਪ ਜੀ ਨੇ ਇਹਨਾਂ ਦਾ ਜਿਹੜਾ ਖਿਆਲ ਰੱਖਿਆ, ਆਪਣੀ ਦਸਾਂ ਨੌਵਾਂ ਦੀ ਕਿਰਤ ਕਮਾਈ ਵਿੱਚੋਂ ਮਾਇਆ ਦੇ ਕੇ ਜਿਵੇਂ ਇਹਨਾਂ ਦਾ ਇਲਾਜ ਕਰਵਾਇਆ ਔਰ ਅੱਜ ਉਹ ਆਪ ਜੀ ਦੀ ਕੀਤੀ ਸੇਵਾ ਜਿਹੜੀ ਹੈ ਉਹ ਸਫਲ ਹੋਈ ਹੈ। ਔਰ ਭਾਈ ਸੁਖਵਿੰਦਰ ਸਿੰਘ ਜੀ ਜਿਹੜੇ ਕਿ ਅੱਜ ਆਪਣੇ ਘਰ ਤੰਦਰੁਸਤ ਹੋ ਕੇ ਜਾ ਰਹੇ ਨੇ, ਹਾਲੇ ਕਿ ਪੂਰਨ ਤੌਰ 'ਤੇ ਫਿੱਟ ਨਹੀਂ, ਪਰ ਜਿੱਥੋਂ ਤੱਕ ਹਸਪੀਟਲ ਦਾ ਟਰੀਟਮੈਂਟ ਸੀ ਉਹ ਇਹਨਾਂ ਦਾ ਤਕਰੀਬਨ ਕੰਪਲੀਟ ਹੋ ਚੁੱਕਾ ਹੈ। ਹੁਣ ਬਾਕੀ ਜਿਹੜੀ ਇਹਨਾਂ ਦੀ ਰਿਕਵਰੀ ਹੈ ਆਪਣੀ 100% ਨੋਰਮਲ ਪੋਜੀਸ਼ਨ ਦੇ ਵਿੱਚ ਇਹਨਾਂ ਨੂੰ ਆਉਂਦਿਆਂ 2-4 ਮਹੀਨੇ ਲੱਗਣਗੇ ਔਰ ਉਹਦੇ ਵਾਸਤੇ ਇਹਨਾਂ ਦਾ ਟਰੀਟਮੈਂਟ ਜਿਹੜਾ ਘਰ ਵਿੱਚ ਹੀ ਚੱਲੇਗਾ, ਕਿਉਂਕਿ ਇਹ ਜਿਹੜੀ ਸਿਰ ਦੀ ਸੱਟ ਹੈ, ਇਹ ਜਿਹੜਾ ਦਿਮਾਗ ਦੀ ਸੱਟ ਹੈ, ਇਹ ਹੌਲੀ-ਹੌਲੀ ਰਿਕਵਰ ਕਰਦੀ ਹੁੰਦੀ ਹੈ। ਹੁਣ ਇਹਨਾਂ ਨੂੰ ਕਿਸੇ ਪ੍ਰਕਾਰ ਦੀ ਲੀਕਵਿਡ ਖੁਰਾਕ ਦੀ ਜ਼ਰੂਰਤ ਨਹੀਂ, ਆਪਣਾ ਭੋਜਨ ਖਾਂਦੇ ਨੇ, ਰੋਟੀ ਖਾਂਦੇ ਨੇ, ਜੋ ਵੀ ਨਾਰਮਲ ਖੁਰਾਕ ਨੇ ਉਹ ਇਹ ਖਾਂਦੇ ਨੇ, ਬੋਲ ਵੀ ਲੈਂਦੇ ਨੇ, ਸਮਝਦੇ ਵੀ ਨਹੀਂ, ਹੌਲੀ-ਹੌਲੀ ਸਮਝ ਰਹੇ ਨੇ, ਆਪਣੇ ਘਰਦਿਆਂ ਦੀ ਪਹਿਚਾਣ ਵੀ ਕਰਦੇ ਨੇ। ਤੋ ਡਾਕਟਰੀ ਤੌਰ 'ਤੇ ਇਹ ਨਾਰਮਲ ਪੋਜੀਸ਼ਨ ਵਿੱਚ ਹਨ, ਪਰ ਜਿਹੜੀ ਕੰਮਕਾਰ ਕਰਨ ਦੀ, ਖੁਦ ਚੱਲਣ ਫਿਰਨ ਦੀ ਜਿਹੜੀ ਇਹਨਾਂ ਦੀ ਪੋਜੀਸ਼ਨ ਹੈ ਉਹ ਤਕਰੀਬਨ ਉਹਦੇ ਵਿੱਚ ਇਹਨਾਂ ਨੂੰ ਆਉਂਦਿਆਂ 2 ਮਹੀਨੇ ਹੋਰ ਲੱਗਣੇ ਨੇ। ਮੈਡੀਸਿਨ ਇਹਨਾਂ ਦੀ ਲਗਾਤਾਰ ਚੱਲੇਗੀ ਔਰ ਸਾਡੇ ਨਾਲ ਇਹਨਾਂ ਦੇ ਭਰਾ ਨੇ ਬਲਵਿੰਦਰ ਸਿੰਘ ਜੀ, ਆਓ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦਾ ਯਤਨ ਕਰਦੇ ਹਾਂ। ਸੋ ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਹਾਂਜੀ ਭਾਈ ਸਾਹਿਬ, ਕਿਸ ਤਰ੍ਹਾਂ ਹੁਣ ਇਹਨਾਂ ਨੂੰ ਅੱਜ ਛੁੱਟੀ ਮਿਲ ਰਹੀ ਹੈ ਤੇ ਕੀ ਆਪ ਜੀ ਦਾ ਕਹਿਣਾ ਹੈ? ਹੁਣ ਪਹਿਲਾਂ ਇਹਨਾਂ ਦੀ ਜਿਹੜੀ ਹਾਲਤ ਹੈ ਬੜੀ ਗੰਭੀਰ ਸੀਗੀ, ਬਹੁਤ ਪਰੇਸ਼ਾਨੀ ਵਾਲੀ ਸੀਗੀ, ਪਰ ਅੱਜ ਹੁਣ ਇਹ ਥੋੜ੍ਹਾ ਜਿਹਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਠੀਕ ਹੋ ਕੇ ਨਾਰਮਲ ਹੋ ਕੇ ਆਪਣੇ ਘਰ ਜਾ ਰਹੇ ਨੇ। ਔਰ ਕੀ ਕਹਿਣਾ ਆਪ ਜੀ ਦਾ, ਸੰਗਤਾਂ ਦਾ ਜਿਨ੍ਹਾਂ ਨੇ ਆਪ ਜੀ ਨੂੰ ਸਹਿਯੋਗ ਕੀਤਾ ਹੈ? ਜੋ ਵੀ ਹੈ ਵੀਰ ਹੁਣ ਤੰਦਰੁਸਤ ਹੋ ਕੇ ਘਰ ਜਾ ਰਿਹਾ ਹੈ। ਅੱਗੇ ਨਾਲੋਂ ਬਹੁਤ ਕਾਫੀ ਫਰਕ ਹੈ, ਚੱਲ ਫਿਰ ਵੀ ਲੈਂਦਾ ਹੈ, ਥੋੜਾ ਬਹੁਤ ਖਾਣਾ ਵੀ ਖਾ ਲੈਂਦਾ ਹੈ, ਤੋ ਹੌਲੀ ਹੌਲੀ ਪਛਾਣਨ ਦੀ ਕੋਸ਼ਿਸ਼ ਕਰਦਾ ਪਿਆ ਵਾ, ਬੋਲ ਵੀ ਲੈਂਦਾ ਵਾ। ਸੋ ਇਹ ਜੋ ਸੰਗਤ ਏਡ ਵੱਲੋਂ ਜੋ ਇਹਨਾਂ ਨੇ ਮੈਡੀਸਨ ਜੋ ਵੀ ਕਰਵਾਇਆ, ਟ੍ਰੀਟਮੈਂਟ ਕਰਵਾਇਆ, ਅਸੀਂ ਬਹੁਤ ਬਹੁਤ ਧੰਨਵਾਦੀ ਇਹਨਾਂ ਦੇ, ਜੋ ਕਿ ਇਹਨੂੰ ਨਵੀਂ ਜ਼ਿੰਦਗੀ ਜਿਹੜੀ ਇਹ ਦਿੱਤੀ ਹੈ, ਇਹ ਨਵਾਂ ਜੀਵਨ ਮਿਲਿਆ ਇਹਨੂੰ ਦੁਬਾਰਾ ਤੋਂ। ਸੋ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸੰਗਤ ਏਡ ਵਾਲਿਆਂ ਦਾ। ਹੱਥ ਜੋੜ ਕੇ ਸਾਡਾ ਸਾਰਾ ਪਰਿਵਾਰ ਇਹਨਾਂ ਦਾ ਸਾਰੀ ਜ਼ਿੰਦਗੀ ਰਹਿਣੀ ਰਹੇਗਾ। ਜੋ ਵੀ ਸਾਡੀ ਜ਼ਿੰਦਗੀ ਇਹਨਾਂ ਨੂੰ ਬਖਸ਼ੀ, ਇਹਨਾਂ ਨੇ ਸਾਰੀ ਜ਼ਿੰਦਗੀ ਅਸੀਂ ਯਾਦ ਰੱਖਾਂਗੇ ਇਹਨਾਂ ਨੂੰ। ਬਹੁਤ ਬਹੁਤ ਧੰਨਵਾਦ ਇਹਨਾਂ ਦਾ। ਸੋ ਸਾਧ ਸੰਗਤ ਜੀ, ਇਹ ਨੇ ਬਲਵਿੰਦਰ ਸਿੰਘ ਜਿਹੜੇ ਕਿ ਆਪ ਸੰਗਤਾਂ ਦਾ ਧੰਨਵਾਦ ਵੀ ਕਰ ਰਹੇ ਨੇ। ਕਹਿੰਦੇ ਕਿ ਨਵੀਂ ਜ਼ਿੰਦਗੀ ਬਖਸ਼ੀ ਹੈ, ਵਾਕਿਆ ਹੀ ਨਵੀਂ ਜ਼ਿੰਦਗੀ ਹੈ। ਜੇ ਸਮੇਂ ਸਿਰ ਇਹਨਾਂ ਨੂੰ ਏਡ ਨਾ ਪਹੁੰਚਦੀ, ਮਦਦ ਨਾ ਪਹੁੰਚਦੀ, ਸਮੇਂ ਸਿਰ ਇਹਨਾਂ ਦਾ ਇਲਾਜ ਨਾ ਹੁੰਦਾ, ਹੋ ਸਕਦਾ ਕੋਈ ਭਾਣਾ ਵਾਪਰ ਸਕਦਾ ਸੀਗਾ, ਪਰ ਸਮੇਂ ਸਿਰ ਇਹਨਾਂ ਨੂੰ ਹਸਪੀਟਲ ਲਿਆਂਦਾ ਗਿਆ ਔਰ ਆਪ ਸੰਗਤਾਂ ਦੇ ਸਹਿਯੋਗ ਨਾਲ ਇਹਨਾਂ ਦਾ ਇਲਾਜ ਚੱਲਿਆ ਔਰ ਅੱਜ ਭਾਈ ਸੁਖਵਿੰਦਰ ਸਿੰਘ ਜੀ ਆਪਣੇ ਘਰ ਜਾ ਰਹੇ ਨੇ। ਇਹੀ ਭਾਈ ਬਲਵਿੰਦਰ ਸਿੰਘ ਹਨ ਜਿਹੜੇ ਇਹਨਾਂ ਦੇ ਨਾਲ ਹੀ ਫੱਟੜ ਹੋਏ ਸਨ ਔਰ ਭਾਈ ਬਲਵਿੰਦਰ ਸਿੰਘ ਜੀ ਜਿਹੜੇ ਨੇ ਇਹ ਆਪਣੇ ਆਪ ਨੂੰ ਰਿਕਵਰ ਕਰ ਗਏ ਸਨ ਛੇਤੀ। ਸੋ ਭਾਈ ਸਾਹਿਬ ਜੀ, ਤੁਹਾਡਾ ਕੀ ਹਾਲ ਹੈ? ਤੁਸੀਂ ਵੀ ਸੰਗਤ ਨੂੰ ਦੱਸੋ। ਹਾਂਜੀ, ਮੈਂ ਠੀਕ ਹਾਂ ਜੀ। ਹੁਣ ਦਵਾਈ ਚੱਲੀ ਸੀ ਮੇਰੀ 10-15 ਦਿਨ ਦਵਾਈ ਚੱਲ ਰਹੀ ਸੀ। ਸੋ ਮੈਂ ਅੱਗੇ ਨਾਲੋਂ ਕਾਫੀ ਠੀਕ ਹਾਲਤ ਵਿੱਚ ਹਾਂ। ਹੁਣ ਇਹਦਾ ਵੀ ਧਿਆਨ ਨਾਲ ਰੱਖਿਆ ਹੈ। ਸੋ ਵਾਹਿਗੁਰੂ ਦੀ ਕਿਰਪਾ ਦੇ ਨਾਲ, ਇਹ ਸੰਗਤ ਦੀ ਕਿਰਪਾ ਦੇ ਨਾਲ ਅਸੀਂ ਦੋਨੋਂ ਭਰਾ ਰਾਜੀ ਹੋ ਕੇ ਆਪਣੇ ਬੱਚਿਆਂ 'ਚ ਜਾ ਰਹੇ ਹਾਂ ਔਰ ਸਾਨੂੰ ਇਹ ਜ਼ਿੰਦਗੀ ਜਿਹੜੀ ਬਖਸ਼ੀ ਹੈ ਵਾਹਿਗੁਰੂ ਨੇ, ਇਹ ਜ਼ਿੰਦਗੀ ਵੀ ਬਖਸ਼ੀ ਹੈ, ਨਹੀਂ ਤਾਂ ਅਸੀਂ ਕਿਰਾਇਆਂ 'ਤੇ ਧੱਕੇ ਖਾਣੇ ਸੀ, ਸਾਡਾ ਬਹੁਤ ਮੰਦਾ ਹਾਲ ਹੋ ਜਾਣਾ ਸੀ। ਸੋ ਅਸੀਂ ਬਹੁਤ ਬਹੁਤ ਧੰਨਵਾਦ ਹੈ ਸੰਗਤ ਜੀ ਦਾ। ਸੋ ਸਾਧ ਸੰਗਤ ਜੀ, ਸਾਡੇ ਨਾਲ ਨੇ ਭਾਈ ਬਲਵਿੰਦਰ ਸਿੰਘ ਜੀ ਦੀ ਵਾਈਫ। ਸੋ ਆਓ ਆਪਾਂ ਇਹਨਾਂ ਦੇ ਕੋਲੋਂ ਵੀ ਜਾਣਦੇ ਹਾਂ। ਭੈਣ ਜੀ, ਸਾਰੀ ਸੰਗਤ ਆਪ ਜੀ ਨੂੰ ਸੁਣ ਰਹੀ ਹੈ। ਸੰਗਤ ਦੇ ਸਹਿਯੋਗ ਨਾਲ ਹੀ ਭਾਈ ਸੁਖਵਿੰਦਰ ਸਿੰਘ ਦਾ ਟ੍ਰੀਟਮੈਂਟ ਚੱਲਿਆ, ਇਲਾਜ ਚੱਲਿਆ। ਤੋ ਕੀ ਕਹਿਣਾ ਚਾਹੋਗੇ ਸੰਗਤ ਨੂੰ?
ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰ ਰਹੇ ਹਾਂ। ਆਪਾਂ ਜਿੰਨੇ ਵੀ ਘਰੋਂ ਗਰੀਬ ਸੀ, ਸਾਡੇ ਕੋਲ ਇਲਾਜ ਨਹੀਂ ਸੀ ਹੋ ਸਕਦਾ, ਅਸੀਂ ਬਹੁਤ ਬਹੁਤ ਇਸ ਸੰਗਤ ਦਾ ਧੰਨਵਾਦ ਕਰ ਸਕਦੇ ਹਾਂ, ਕਿਉਂਕਿ ਅਸੀਂ ਤੇ ਰੋਟੀ ਵੀ ਬੜੀ ਮੁਸ਼ਕਲ ਕਮਾ ਕੇ ਆਪਣੇ ਬੱਚਿਆਂ ਨੂੰ ਦੇ ਰਹੇ ਸੀ, ਤੇ ਪਰ ਸਾਨੂੰ ਇੰਨੀ ਖੁਸ਼ੀ ਹੋਈ ਅੱਜ ਵੀ ਸਾਡਾ ਸੁਖਵਿੰਦਰ ਸਿੰਘ ਰਾਜੀ ਹੋ ਕੇ ਆਪਣੇ ਘਰ ਪਰਿਵਾਰ 'ਚ ਚੱਲਿਆ ਹੈ। ਸੋ ਸਤ ਸੰਗਤ ਜੀ, ਸਾਰਾ ਪਰਿਵਾਰ ਜਿਹੜਾ ਹੈ ਉਹ ਆਪ ਸੰਗਤਾਂ ਦਾ ਧੰਨਵਾਦ ਕਰ ਰਿਹਾ ਹੈ, ਸੰਸਥਾ ਦਾ ਧੰਨਵਾਦ ਕਰ ਰਿਹਾ। ਸੰਸਥਾ ਨੇ ਆਪ ਸੰਗਤਾਂ ਦੇ ਸਹਿਯੋਗ ਨਾਲ ਹੀ ਇਹਨਾਂ ਦੀ ਜਿਹੜੀ ਹੈਲਪ ਕੀਤੀ ਹੈ। ਸੋ ਆਪ ਵੇਖ ਸਕਦੇ ਹੋ ਕਿ ਪਰਿਵਾਰ ਖੁਸ਼ ਵੀ ਹੈ, ਹੁੰਦੀ ਵੀ ਹੈ ਖੁਸ਼ੀ, ਕਿਉਂਕਿ ਜੋ ਆਸ ਨਹੀਂ ਸੀ ਆਪਣੇ ਤਲ 'ਤੇ ਇਲਾਜ ਕਰਵਾ ਕੇ ਆਪਣੇ ਪਰਿਵਾਰਕ ਮੈਂਬਰ ਨੂੰ ਸਹੀ ਠੀਕ ਕਰ ਲੈਣ ਦੀ, ਉਹ ਉਮੀਦ ਆਪ ਸੰਗਤਾਂ ਨੇ ਪਰਿਵਾਰ ਦੇ ਅੰਦਰ ਜਗਾਈ, ਔਰ ਪਰਿਵਾਰ ਜਿਹੜਾ ਅੱਜ ਸਾਰਾ ਖੁਸ਼ ਹੈ। ਸੋ ਇਹ ਹੁਣ ਇਹਨਾਂ ਨੂੰ ਛੁੱਟੀ ਮਿਲ ਰਹੀ ਹੈ, ਅਸੀਂ ਇਹਨਾਂ ਦੇ ਘਰ ਵੀ ਜਾਵਾਂਗੇ। ਬਾਕੀ ਸਾਰੇ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਆਪਣੇ ਘਰ ਨੇ, ਤੇ ਜਦੋਂ ਭਾਈ ਸੁਖਵਿੰਦਰ ਸਿੰਘ ਆਪਣੇ ਘਰ ਜਾਣਗੇ ਔਰ ਸਾਰੇ ਇਹਨਾਂ ਦੇ ਪਰਿਵਾਰਕ ਮੈਂਬਰ ਉੱਥੇ ਹੋਣਗੇ, ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ, ਕਿਉਂਕਿ ਇਹ ਵੀ ਇੱਕ ਮਾਹੌਲ ਹੁੰਦਾ ਹੈ ਕਿ ਜਦੋਂ ਉਹ ਪਰਿਵਾਰਕ ਮੈਂਬਰ ਜਿਹਦੇ ਘਰ ਆਉਣ ਦੀ ਆਸ ਨਹੀਂ ਸੀ, ਜਦੋਂ ਆਪਣੇ ਘਰ ਵਿੱਚ ਜਾਵੇਗਾ, ਉਹਨਾਂ ਦੇ ਜਿਹੜੇ ਆਪਣੇ ਹੁੰਦਾ ਮਾਹੌਲ ਹੈ ਘਰ ਦਾ, ਉਹ ਵੇਖਣਯੋਗ ਹੈ। ਸੋ ਇਹ ਜਿਹੜੀਆਂ ਖੁਸ਼ੀਆਂ ਨੇ ਪਰਿਵਾਰ ਨੂੰ ਮਿਲੀਆਂ, ਇਹ ਆਪ ਸੰਗਤਾਂ ਦੇ ਸਹਿਯੋਗ ਨਾਲ ਮਿਲੀਆਂ ਨੇ। ਪਰਿਵਾਰ ਜਿਹੜਾ ਹੈ ਉਹ ਰਿਣੀ ਵੀ ਹੈ, ਵਾਰ-ਵਾਰ ਉਹ ਧੰਨਵਾਦ ਕਰਦੇ ਨੇ ਸਾਡਾ, ਸਾਨੂੰ ਮਿਲਦੇ ਨੇ ਜਦੋਂ। ਤੋ ਆਪ ਵੇਖ ਰਹੇ ਹੋ ਕਿ ਭਾਈ ਸੁਖਵਿੰਦਰ ਸਿੰਘ ਜੀ ਹੁਣ ਚੱਲ ਫਿਰ ਵੀ ਸਕਦੇ ਨੇ, ਥੋੜ੍ਹਾ ਬਾਲਾ ਫੇਰ ਤੁਰ ਕੇ। ਵੀਕਨੈਸ ਵੀ ਆ ਕਿਉਂਕਿ ਪਿਛਲੇ 1 ਮਹੀਨੇ ਤੋਂ ਲਿਕਵਿਡ ਜਿਹੜਾ ਉਸ ਖੁਰਾਕ 'ਤੇ ਹੀ ਸਨ, ਪਰ ਹੁਣ ਜਿਵੇਂ ਇਹਨਾਂ ਨੇ ਖਾਣਾ ਸ਼ੁਰੂ ਕਰ ਦਿੱਤਾ ਹੈ, ਜਿਵੇਂ ਇਹ ਖਾਣਾ ਖਾਣਗੇ, ਜਿਵੇਂ ਇਹਨਾਂ ਨੂੰ ਐਨਰਜੀ ਮਿਲੇਗੀ, ਸਰੀਰ ਵਿੱਚ ਪਾਵਰ ਆਵੇਗੀ, ਤਾਕਤ ਆਵੇਗੀ, ਤਿਵੇਂ ਇਹ ਆਪਣੇ ਆਪ ਚੱਲ ਫਿਰ ਸਕਣਗੇ। ਜਿਵੇਂ ਜਿਹੜੀ ਬ੍ਰੇਨ ਵੀ ਰਿਕਵਰ ਕਰੇਗਾ, ਤਿਵੇਂ ਇਹਨਾਂ ਦੀ ਜਿਹੜੀ ਹੈ ਉਹ ਸਿਹਤ ਬਿਲਕੁਲ ਠੀਕ ਹੋਵੇਗੀ। ਸੋ ਇਹ ਸਾਰਾ ਕੁਝ ਆਪ ਸੰਗਤਾਂ ਦੇ ਸਹਿਯੋਗ ਨਾਲ ਹੀ ਹੋਇਆ। ਸੋ ਆਪ ਦੇਖ ਰਹੇ ਹੋ ਕਿ ਪਰਿਵਾਰਕ ਮੈਂਬਰ ਬੈੱਡ 'ਤੇ ਲਿਟਾ ਰਹੇ ਨੇ। ਕੁਝ ਕੁ ਸਮੇਂ ਬਾਅਦ ਇਹਨਾਂ ਨੂੰ ਜਿਹੜੀ ਫੇਰ ਹੈ ਉਹ ਛੁੱਟੀ ਮਿਲ ਜਾਣੀ ਹੈ, ਫਿਰ ਇਹਨਾਂ ਨੇ ਆਪਣੇ ਘਰ ਜਾਣਾ ਹੈ। ਸੋ ਸਤ ਸੰਗਤ ਜੀ, ਬਾਕੀ ਅਸੀਂ ਜਿਹੜੀ ਅਗਲੀ ਅਪਡੇਟ ਹੈ ਸੁਖਵਿੰਦਰ ਸਿੰਘ ਹੋਣਾ ਦੀ, ਉਹ ਆਪਾਂ ਇਹਨਾਂ ਦੀ ਜਦੋਂ ਘਰ ਜਾਣਗੇ, ਘਰ ਜਾ ਕੇ ਫਿਰ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਕੇ ਸਾਂਝੀ ਕਰਾਂਗੇ। ਸਤ ਸੰਗਤ ਜੀ, ਅਸੀਂ ਪਹੁੰਚੇ ਹਾਂ ਡਾਕਟਰ ਰਾਘਵ ਵਾਧਵਾ ਜੀ ਦੇ ਕੈਬਨ ਦੇ ਵਿੱਚ, ਸਾਡੇ ਪਾਸ ਮੌਜੂਦ ਨੇ, ਔਰ ਸੁਖਵਿੰਦਰ ਸਿੰਘ ਜੀ ਜਿਨ੍ਹਾਂ ਦੀ ਹੁਣੇ ਅਸੀਂ ਇਨਵਾਈਟ ਵੀ ਕਰਕੇ ਆਏ ਹਾਂ, ਜਿਨ੍ਹਾਂ ਨੂੰ ਅੱਜ ਛੁੱਟੀ ਮਿਲ ਰਹੀ ਹੈ, ਔਰ ਅਸੀਂ ਡਾਕਟਰ ਸਾਹਿਬ ਦੇ ਕੋਲੋਂ ਜਾਣਨ ਦਾ ਯਤਨ ਕਰਾਂਗੇ ਉਹਨਾਂ ਦੀ ਹੁਣ ਕੰਡੀਸ਼ਨ ਕੀ ਹੈ, ਕਿਸ ਤਰ੍ਹਾਂ ਹੌਲੀ ਉਹ ਜਿਵੇਂ ਰਹਿੰਦੀ ਇਹਨਾਂ ਦੀ ਰਿਕਵਰੀ ਹੈ, ਕਿਸ ਤਰ੍ਹਾਂ ਹੋਵੇਗੀ। ਔਰ ਇੱਕ ਜਾਣਕਾਰੀ ਹੋਰ ਜਿਹੜੀ ਹੈ ਉਹ ਵੀ ਆਪ ਸੰਗਤਾਂ ਦੇ ਨਾਲ ਅਸੀਂ ਸਾਂਝੀ ਕਰਾਂਗੇ ਕਿ ਸੁਖਵਿੰਦਰ ਸਿੰਘ ਜਿਹੜੇ ਆਪਣੇ ਘਰ ਜਾ ਰਹੇ ਨੇ ਅੱਜ, ਜਦੋਂ ਹਸਪੀਟਲ ਵਿੱਚ ਆਏ ਸੀ, ਜਦੋਂ ਉਹਨਾਂ ਦਾ ਰੋਡ ਐਕਸੀਡੈਂਟ ਹੋਇਆ, ਉਹਨਾਂ ਨੂੰ ਲੈ ਕੇ ਵੀ ਡਾਕਟਰ ਰਾਘਵ ਵਾਧਵਾ ਜੀ ਆਏ ਸਨ। ਸੋ ਜਿਸ ਤਰ੍ਹਾਂ ਆਪ ਜੀ ਦੇ ਨਾਲ ਅਸੀਂ ਸਾਂਝੀ ਕੀਤੀ ਹੈ ਸਾਰੀ ਗੱਲ, ਵੀ ਇੱਕ ਗਰੀਬ ਪਰਿਵਾਰ ਸੀ, ਲੋੜਵੰਦ ਪਰਿਵਾਰ ਸੀ, ਜੇ ਉਹਨਾਂ ਨੂੰ ਸਮੇਂ ਸਿਰ ਜਿਹੜੀ ਏਡ ਹੈ ਉਹ ਨਾ ਮਿਲਦੀ ਤੇ ਉਹਨਾਂ ਦੀ ਕੰਡੀਸ਼ਨ ਸ਼ਾਇਦ ਅੱਜ ਇਹ ਨਾ ਹੁੰਦੀ। ਸੋ ਇਹ ਸਾਰੀ ਗੱਲਬਾਤ ਆਪਾਂ ਡਾਕਟਰ ਸਾਹਿਬ ਦੇ ਨਾਲ ਕਰਦੇ ਹਾਂ। ਸਭ ਤੋਂ ਪਹਿਲਾਂ ਡਾਕਟਰ ਸਾਹਿਬ ਜੀ, ਆਪ ਜੀ ਦਾ ਸਵਾਗਤ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਡਾਕਟਰ ਰਾਘਵ ਵਾਧਵਾ, ਨਿਊਰੋ ਸਰਜਨ। ਅਤੇ ਜਿਸ ਤਰ੍ਹਾਂ ਸਾਡੇ ਵੀਰ ਜੀ ਨੇ ਕਿਹਾ ਹੈ ਕਿ ਬਿਲਕੁਲ ਸਹੀ ਗੱਲ ਕੀਤੀ ਹੈ ਕਿ ਪੇਸ਼ੈਂਟ ਜਿਹੜਾ ਸੀਗਾ ਉਹਨੂੰ ਲੈ ਕੇ ਆਂਦਾ ਗਿਆ ਹਸਪੀਟਲ, ਅਤੇ ਅਸੀਂ ਆ ਰਹੇ ਸੀਗੇ ਹਸਪੀਟਲ ਦੇ ਵੱਲ, ਅਤੇ ਰਸਤੇ 'ਚ ਹਾਈਵੇ ਆਉਂਦਾ ਹੈ। ਹਾਈਵੇ ਦੇ ਵਿੱਚ ਪੇਸ਼ੈਂਟ ਜਿਹੜੇ ਨੇ ਦੋ ਮਰੀਜ਼ ਜਿਹੜੇ ਸੀਗੇ ਉਹ ਜ਼ਮੀਨ 'ਤੇ ਡਿੱਗੇ ਹੋਏ ਸੀਗੇ, ਬਹੁਤ ਹੀ ਬੁਰੀ ਹਾਲਤ ਸੀਗੇ, ਕਾਫੀ ਖੂਨ ਵਹਿ ਰਿਹਾ ਸੀ, ਬੇਹੋਸ਼ੀ ਦੀ ਹਾਲਤ ਸੀਗੇ, ਮੂੰਹ ਇਹਨਾਂ ਦੇ ਫਟੇ ਹੋਏ ਸੀਗੇ, ਸਿਰ ਖੁੱਲਿਆ ਹੋਇਆ ਸੀਗਾ, ਅਤੇ ਕਾਫੀ ਜ਼ਿਆਦਾ ਬਲੀਡਿੰਗ ਹੋ ਰਹੀ ਸੀ, ਅਤੇ ਲੋਕੀ ਬਹੁਤ ਇਕੱਠੇ ਸੀਗੇ। ਅਤੇ ਅਸੀਂ ਨਿਕਲ ਰਹੇ ਸੀ ਆਪਣੀ ਗੱਡੀ ਦੇ ਵਿੱਚ, ਅਤੇ ਦੇਖਿਆ ਅਤੇ ਲੋਕੀ ਹੱਥ ਨਹੀਂ ਪਾ ਰਹੇ ਸੀਗੇ, ਅਤੇ ਬਾਈ ਚਾਂਸ ਹੀ ਗੱਡੀ ਰੋਕੀ, ਅਤੇ ਪਿੱਛੇ ਆ ਕੇ ਵਾਪਸ ਆ ਕੇ ਅਤੇ ਮਰੀਜ਼ਾਂ ਨੂੰ ਦੇਖਿਆ। ਮਰੀਜ਼ਾਂ ਦੀ ਸੁਖਵਿੰਦਰ ਸਿੰਘ ਦੇ ਨਾਲ ਇਹਦਾ ਬ੍ਰਦਰ ਵੀ ਸੀਗਾ, ਅਤੇ ਬ੍ਰਦਰ ਥੋੜ੍ਹਾ ਬੈਟਰ ਕੰਡੀਸ਼ਨ 'ਚ ਸੀਗਾ ਕਿ ਅੱਖਾਂ ਖੋਲ੍ਹਣ ਉਹਨੂੰ ਉਠਾਉਣ 'ਤੇ ਉੱਠਦਾ ਸੀ, ਬਟ ਸੁਖਵਿੰਦਰ ਸਿੰਘ ਬਿਲਕੁਲ ਬੇਹੋਸ਼ ਪਿਆ ਸੀਗਾ, ਖੂਨ 'ਚ ਲੱਤ-ਪੱਤ ਹੋਇਆ ਸੀ, ਅਤੇ ਬਿਲਕੁਲ ਹੀ ਉਹਦਾ ਰਿਸਪੌਂਸ ਨਹੀਂ ਸੀਗਾ ਕਿ ਕਹਿ ਲਓ ਕਿ ਅਗਰ ਮੈਂ ਉੱਥੇ ਨਾ ਪਹੁੰਚਦਾ ਤਾਂ ਹੋਰ 10 ਮਿੰਟ 'ਚ ਉਹਦੀ ਡੈਥ ਹੋ ਜਾਣੀ ਸੀ। ਅਸੀਂ ਫਿਰ ਮੌਕਾ ਦੇਖਿਆ ਉੱਥੇ, ਅਤੇ ਉਹਦੇ ਮੌਕੇ ਦੇ ਵਿੱਚ ਲੋਕੀ ਕਿਸੇ ਨੇ ਹੱਥ ਨਹੀਂ ਪਾਇਆ। ਅਸੀਂ ਐਂਬੂਲੈਂਸ ਹਸਪੀਟਲ ਤੋਂ ਬੁਲਾਈ, ਅਤੇ ਨਾਲ ਹੀ 2 ਭਰਾਵਾਂ ਨੂੰ ਉੱਥੇ ਹੱਥ ਦੇ ਕੇ ਗੱਡੀ ਦੇ ਵਿੱਚ ਮਰੀਜ਼ਾਂ ਨੂੰ ਪਾ ਕੇ ਅਸੀਂ ਹਸਪੀਟਲ ਲੈ ਕੇ ਆਏ। ਹਸਪੀਟਲ ਲਿਆ ਕੇ ਅਤੇ ਜਿਹੜਾ ਦੂਸਰਾ ਭਰਾ ਸੀਗਾ ਇਹਦਾ, ਉਹਨੂੰ ਥੋੜ੍ਹਾ ਜਿਹਾ ਅਸੀਂ ਜਨਰਲ ਟਰੀਟਮੈਂਟ ਦਿੱਤਾ, ਅਤੇ ਇਹਨੂੰ ਸੁਖਵਿੰਦਰ ਨੂੰ ਕੰਡੀਸ਼ਨ ਸੀਰੀਅਸ ਹੋਣ ਦੇ ਕਾਰਨ ਬਲੀਡਿੰਗ ਬਹੁਤ ਹੋ ਚੁੱਕੀ ਸੀਗੀ, ਸਿਰ 'ਚ ਗਹਿਰੀ ਸੱਟ ਲੱਗੀ ਹੈ, ਕਾਫੀ ਜ਼ਿਆਦਾ ਕਲੌਟ ਬਣ ਗਏ ਸੀ ਇਹਦੇ, ਅਤੇ ਸਾਰਾ ਫਟਿਆ ਹੋਇਆ ਸੀ ਮੂੰਹ ਇਹਦਾ,
ਤੇ ਅੰਦਰੋਂ ਵੀ ਬਲੀਡਿੰਗ ਸਾਹ ਵਾਲੀ ਪਾਈ 'ਚ ਵੀ ਜਾ ਚੁੱਕੀ ਸੀ ਤੇ ਅਸੀਂ ਇਹਨੂੰ ਫਟਾਫਟ ਇੰਟੂਬੇਟ ਕੀਤਾ। ਉੱਥੇ ਆ ਕੇ ਫਟਾਫਟ ਇਹ ਸਾਰੇ ਕੰਮ ਕੀਤੇ ਗਏ ਤਾਂ ਕਿ ਉਸ ਮਰੀਜ਼ ਦੀ ਜਾਨ ਬਚਾਈ ਜਾ ਸਕੇ। ਔਰ ਪਰਮਾਤਮਾ ਦਾ ਇੰਨਾ ਸ਼ੁਕਰ ਹੈ ਕਿ ਉਸ ਮਰੀਜ਼ ਵਾਸਤੇ ਉਸ ਮੌਕੇ ਸੰਭਾਲੇ ਜਾਣ ਦੇ ਉੱਤੇ ਹੀ ਅੱਜ ਉਹਦੀ ਜਾਨ ਬਚੀ ਔਰ ਉਹ ਮਰੀਜ਼ ਅੱਜ ਵੈਂਟੀਲੇਟਰ ਤੋਂ ਉਤਰ ਚੁੱਕਾ ਹੈ, ਐਕਸਟੂਬੇਟ ਹੋ ਗਿਆ ਹੈ। ਦਿਮਾਗੀ ਸੱਟ ਹੋਣ ਦੇ ਕਾਰਨ ਲੇਕਿਨ ਪ੍ਰੋਪਰਲੀ 100% ਨਹੀਂ ਨਾਰਮਲ ਹੋਇਆ, ਬਟ ਅੱਜ ਉਹ ਆਪਣੇ ਆਪ ਆਪਣੇ ਬੈੱਡ ਤੋਂ ਉੱਠਦਾ ਹੈ, ਰੋਟੀ ਖਾ ਲੈਂਦਾ ਹੈ, ਘਰਦਿਆਂ ਦੀ ਗੱਲ ਥੋੜ੍ਹੀ ਬਹੁਤੀ ਸਮਝ ਲੈਂਦਾ ਹੈ। ਤੇ ਅੱਜ ਅਸੀਂ ਉਹਨੂੰ ਹਸਪੀਟਲ ਤੋਂ ਬਹੁਤ ਮਿਹਨਤ ਕਰਨ ਤੋਂ ਬਾਅਦ ਉਹਦੀ ਜਾਨ ਬਚਾਉਣ ਤੋਂ ਬਾਅਦ ਉਹਨੂੰ ਡਿਸਚਾਰਜ ਕਰ ਰਹੇ ਹਾਂ। ਤੇ ਪਰਮਾਤਮਾ ਦਾ ਸ਼ੁਕਰ ਹੀ ਗਿਣਿਆ ਜਾਂਦਾ ਜੀ ਕਿ ਇਸ ਸਮੇਂ 'ਤੇ ਜਿਸ ਸਮੇਂ 'ਤੇ ਅਗਰ ਉਹ ਗਿਰਿਆ ਤੇ ਉਸ ਵਕਤ ਅਸੀਂ ਨਾਲ ਲੰਘਦੇ ਹੁੰਦੇ ਗੱਡੀ 'ਚੋਂ ਤੇ ਸ਼ਾਇਦ ਉਹ ਮਰੀਜ਼ ਨਾ ਬਚਦਾ। ਇਹ ਪਰਮਾਤਮਾ ਦੀ ਮਿਹਰ, ਵਾਹਿਗੁਰੂ ਦੀ ਮਿਹਰ ਹੋਈ ਕਿ ਉੱਥੇ ਪਹੁੰਚਿਆ ਗਿਆ, ਮੌਕੇ 'ਤੇ ਜਾ ਕੇ ਉਹਨੂੰ ਸੰਭਾਲਿਆ ਗਿਆ ਔਰ ਅੱਜ ਉਹ ਮਰੀਜ਼ ਆਪਣੇ ਪਰਿਵਾਰ ਦੇ ਵਿੱਚ, ਆਪਣੇ ਬੱਚਿਆਂ ਦੇ ਵਿੱਚ ਸੁਖੀ ਸਾਂਦੀ ਡਿਸਚਾਰਜ ਹੋ ਰਿਹਾ ਜੀ। ਵਾਹਿਗੁਰੂ ਜੀ ਸਤਿ ਸ਼੍ਰੀ ਅਕਾਲ। ਸੋ ਸਾਧ ਸੰਗਤ ਜੀ ਵੇਖੋ, ਜਿਵੇਂ ਡਾਕਟਰ ਸਾਹਿਬ ਨੇ ਸਾਰੀ ਸੁਖਵਿੰਦਰ ਸਿੰਘ ਹੁਣਾਂ ਦੀ ਜਿਹੜੀ ਇਲਾਜ ਦੀ ਸਟੋਰੀ ਆ ਉਹ ਆਪ ਜੀ ਨਾਲ ਸਾਂਝੀ ਕੀਤੀ ਆ। ਬੜੀ ਵੱਡੀ ਗੱਲ ਹੈ ਔਰ ਡਾਕਟਰ ਸਾਹਿਬ ਇਹਨਾਂ ਵਾਸਤੇ ਬੜੀ ਵੱਡੀ ਗੱਲ ਹੈ, ਡਾਕਟਰ ਰਾਘਵ ਵਾਧਵਾ ਜੀ ਵਾਸਤੇ, ਕਿ ਇਹਨਾਂ ਦੇ ਅੰਦਰ ਦਰਦ ਆਇਆ, ਜਿਵੇਂ ਕਿ ਕੋਈ ਵੀ ਇਹਨਾਂ ਨੂੰ ਹੱਥ ਨਹੀਂ ਸੀ ਪਾ ਰਿਹਾ, ਕੋਈ ਚੁੱਕ ਨਹੀਂ ਸੀ ਰਿਹਾ, ਪਰ ਇਹਨਾਂ ਨੇ ਆਪਣੀ ਗੱਡੀ ਰੋਕੀ, ਹਾਲੇ ਕਿ ਆਪਣੀ ਡਿਊਟੀ 'ਤੇ ਆ ਰਹੇ ਸੀ, ਹੋਰ ਮਰੀਜ਼ ਵੀ ਇਹਨਾਂ ਨੇ ਵੇਖਣੇ ਸਨ, ਪਰ ਸਭ ਤੋਂ ਵੱਡੀ ਜਿਹੜੀ ਸੇਵਾ ਹੈ ਜਿਹਦੀ ਲੋੜ ਸੀ ਉਹਨਾਂ ਨੇ ਕੀਤੀ ਹੈ। ਸੋ ਅੱਜ ਸੁਖਵਿੰਦਰ ਸਿੰਘ ਜਿਹੜੇ ਨੇ ਉਹਨਾਂ ਨੂੰ ਇੱਥੋਂ ਛੁੱਟੀ ਵੀ ਮਿਲ ਰਹੀ ਹੈ, ਜਿਵੇਂ ਕਿ ਅਸੀਂ ਆਪ ਜੀ ਨੂੰ ਸੁਖਵਿੰਦਰ ਸਿੰਘ ਦੀ ਬਾਈਟ ਵਿੱਚ ਵੀ ਦਿਖਾਇਆ ਕਿ ਹੌਲੀ ਹੌਲੀ ਉਹ ਰਿਕਵਰ ਹੋ ਰਹੇ ਨੇ। ਔਰ ਡਾਕਟਰ ਸਾਹਿਬ ਨੇ ਦੱਸਿਆ ਕਿ ਜਿਵੇਂ ਨਾਰਮਲੀ ਪੋਜੀਸ਼ਨ ਹੈ ਉਹਦੇ ਵਿੱਚ ਆਉਂਦਿਆਂ ਨੂੰ ਹਾਲੇ 2 ਮਹੀਨੇ 3 ਮਹੀਨੇ ਵੱਧ ਸਮਾਂ ਵੀ ਲੱਗ ਸਕਦਾ, ਪਰ ਉਹ ਠੀਕ ਹੋ ਰਹੇ ਨੇ, ਯਾਨੀ ਕਿ ਹੁਣ ਉਹ ਆਪਣੇ ਹਰ ਪ੍ਰਕਾਰ ਦੇ ਜਿਹੜੇ ਕੰਮ ਥੋੜ੍ਹੇ ਥੋੜ੍ਹੇ ਕਰ ਰਹੇ ਨੇ, ਖਾਣਾ ਵੀ ਖਾ ਲੈਂਦੇ ਨੇ ਔਰ ਚੱਲ ਫਿਰ ਵੀ ਥੋੜ੍ਹਾ ਥੋੜ੍ਹਾ ਲੈਂਦੇ ਨੇ ਸਹਾਰੇ ਦੇ ਨਾਲ। ਸੋ ਇਸ ਤੋਂ ਅੱਗੇ ਅਸੀਂ ਜਿਹੜੀ ਸੁਖਵਿੰਦਰ ਸਿੰਘ ਹੁਣਾਂ ਦੀ ਜਾਣਕਾਰੀ ਉਹਨਾਂ ਦੇ ਜਦੋਂ ਘਰ ਚਲੇ ਜਾਣਗੇ ਫਿਰ ਆਪ ਸੰਗਤਾਂ ਦੇ ਨਾਲ ਸਾਂਝੀ ਕਰਾਂਗੇ ਜੀ। ਆਪ ਸੰਗਤਾਂ ਦਾ ਵੀ ਬਹੁਤ ਧੰਨਵਾਦ ਹੈ ਜੋ ਸੰਗਤ ਏਡ ਨੂੰ ਸਹਿਯੋਗ ਕਰ ਰਹੇ ਔਰ ਐਸੇ ਲੋੜਵੰਦ ਪਰਿਵਾਰਾਂ ਦੀ ਸੰਗਤ ਏਡ ਆਪ ਸੰਗਤਾਂ ਦੇ ਸਹਿਯੋਗ ਨਾਲ ਮਦਦ ਵੀ ਕਰ ਰਹੀ ਹੈ। ਸੋ ਇੱਥੇ ਹੁਣ ਸਾਨੂੰ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠੀਕ ਹੋ ਜਾਂਦੀ ਹੈ, ਸ਼ੁਕਰੀਆ ਅਦਾ ਕਰਨਾ ਪੈਣਾ, ਕੋਈ ਜਾਣਾ ਵਾ ਚਲੋ ਅੱਜ ਛੁੱਟੀ ਕਰ ਰਹੇ, ਤੇਰੀ ਛੁੱਟੀ ਕਰ ਰਹੇ। ਰਾਤ ਨੂੰ ਸੌਂਦਾ ਨਹੀਂ, 3 ਦਿਨ ਹੋ ਗਏ ਰਾਤ ਨੂੰ ਨਹੀਂ ਸੌਂਦਾ। ਇੱਕ ਘੰਟਾ ਸੌਂਦਾ, ਮੈਂ ਗੋਲੀ ਗੋਲੀ ਦੇ ਦੀ ਹੋਵੇ ਤਾਂ ਤੇ ਜਦੋਂ ਇਸ ਤਰ੍ਹਾਂ ਬੋਲਦਾ ਫਿਰ ਬੋਲੀ ਜਾਂਦਾ। 2-3 ਦਿਨ ਤੋਂ ਬੋਲਦਾ ਵੀ ਬਹੁਤ ਹੈ। ਜੇ ਅਸੀਂ ਗੱਲ ਕਰਦੇ ਪਏ ਉਹੀ ਗੱਲ ਨਹੀਂ ਮੇਰੀ ਠੀਕ ਹੈ। ਬੁਖਾਰ ਲੱਗਦਾ ਵਾ आज आने की छुट्टी हो रही है तो फिर अगले हफ्ते करके आएंगे। ठीक है, चलो चलो ठीक है, बहुत चलो शुक्र वाहिगुरू का परमात्मा का शुक्र है। ठीक है, चलो ठीक है जी। ਜਦੋਂ ਸੱਟ ਲੱਗੀ ਐਕਸੀਡੈਂਟ ਹੋਇਆ ਨਾ ਉੱਥੇ ਡਿੱਗੀ ਜਿੱਦਣ ਐਕਸੀਡੈਂਟ ਹੋਇਆ ਉਦੋਂ ਇਹਨੂੰ ਫੋਨ ਆਇਆ ਸੀ ਨਾ ਕਿ ਅਸੀਂ ਲੈਂਟਰ ਤੇ ਜਾਣਾ ਵਾ ਕੱਲ੍ਹ। ਕਿਉਂਕਿ ਇਹ ਜ਼ਿਆਦਾ ਜਾਂਦਾ ਲੈਂਟਰ ਵਾਲੇ ਨਾਲੇ ਮਿਸਤਰੀਆਂ ਨਾਲ। ਸਾਧ ਸੰਗਤ ਜੀ, ਅੱਜ ਅਸੀਂ ਪਹੁੰਚੇ ਹਾਂ ਪਿੰਡ ਸੁਲਤਾਨਵਿੰਡ, ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ। ਇਹ ਉਹੀ ਨਗਰ ਹੈ, ਇਹ ਉਹੀ ਘਰ ਹੈ ਜਿਸ ਘਰ ਦੇ ਦੋ ਭਰਾਵਾਂ ਦੀ ਇਹ ਹਿਸਟਰੀ ਜਿਹੜੀ ਹੈ 1 ਮਹੀਨੇ ਤੋਂ ਸੰਗਤ ਏਡ ਦੀਆਂ ਸੰਗਤਾਂ ਵੇਖ ਰਹੀਆਂ ਨੇ। ਇਹ ਉਹ ਘਰ ਹੈ ਜਿਸ ਘਰ ਵਿੱਚ ਭਾਈ ਸੁਖਵਿੰਦਰ ਸਿੰਘ ਰਹਿੰਦੇ ਨੇ ਅਤੇ ਜਿਸ ਘਰ ਦੇ ਵਿੱਚੋਂ ਭਾਈ ਸੁਖਵਿੰਦਰ ਸਿੰਘ ਨਿਕਲ ਕੇ ਆਪਣੇ ਕੰਮ 'ਤੇ ਜਾ ਰਹੇ ਸਨ ਅਤੇ ਰਸਤੇ ਵਿੱਚ ਜਾਂਦਿਆਂ ਰੋਡ ਐਕਸੀਡੈਂਟ ਉਹਨਾਂ ਦਾ ਹੋਇਆ। ਕਿਸ ਤਰ੍ਹਾਂ ਦੀ ਹਾਲਤ ਸੀ ਆਪ ਸੰਗਤਾਂ ਨੇ ਵੇਖਿਆ, ਬਹੁਤ ਨਾਜ਼ੁਕ ਹਾਲਤ ਸੀ, ਬਚਣ ਦੀ ਕੋਈ ਆਸ ਨਹੀਂ ਸੀਗੀ। ਅਤੇ ਦੂਸਰਾ ਉੱਤੋਂ ਜਿਹੜਾ ਪਰਿਵਾਰ ਉਹ ਵੀ ਗਰੀਬ ਸੀਗਾ। ਟਰੀਟਮੈਂਟ ਵੀ ਜੋ ਹੋਇਆ, ਇਲਾਜ ਵੀ ਜੋ ਹੋਇਆ, ਉਹ ਆਪ ਸੰਗਤਾਂ ਦੇ ਸਹਿਯੋਗ ਸਦਕਾ ਹੋਇਆ। ਆਪ ਸੰਗਤਾਂ ਨੇ ਇਸ ਪਰਿਵਾਰ ਦੀ ਬਾਂਹ ਫੜੀ। ਤੋ ਅੱਜ ਜਿਹੜੀ ਖੁਸ਼ੀ ਦੀ ਗੱਲ ਹੈ, ਜੋ ਅਸੀਂ ਖੁਸ਼ਖਬਰੀ ਆਪ ਸੰਗਤਾਂ ਨਾਲ ਸਾਂਝੀ ਕਰ ਰਹੇ ਹਾਂ, ਉਹ ਇਹ ਹੈ ਕਿ ਆਪ ਸੰਗਤਾਂ ਦੀਆਂ ਅਸੀਸਾਂ ਸਦਕਾ ਆਪ ਸੰਗਤਾਂ ਦੇ ਸਹਿਯੋਗ ਸਦਕਾ, ਆਪ ਨੇ ਜੋ ਸੰਗਤ ਏਡ ਸੰਸਥਾ ਨੂੰ ਸਹਿਯੋਗ ਕੀਤਾ ਉਹਦੇ ਸਦਕਾ ਅੱਜ ਭਾਈ ਸੁਖਵਿੰਦਰ ਸਿੰਘ ਜੀ ਤਕਰੀਬਨ 1.25 ਮਹੀਨਾ ਹੌਸਪੀਟਲ ਰਹਿਣ ਤੋਂ ਬਾਅਦ ਆਪਣੇ ਘਰ ਵਾਪਸ ਆ ਚੁੱਕੇ ਨੇ। ਸੋ ਅਸੀਂ ਆਪ ਸੰਗਤਾਂ ਨੂੰ ਭਾਈ ਸੁਖਵਿੰਦਰ ਸਿੰਘ ਦੀ ਜੋ ਤਾਜ਼ਾ ਜਾਣਕਾਰੀ ਹੈ ਉਹ ਆਪਣੇ ਘਰ ਵਿੱਚ ਨੇ, ਆਪਣੇ ਪਰਿਵਾਰ ਵਿੱਚ ਨੇ, ਉਹ ਦੇਣ ਵਾਸਤੇ ਉਹਨਾਂ ਦੇ ਘਰ ਪਹੁੰਚੇ ਹਾਂ। ਔਰ ਨਾਲ ਹੀ ਕਿਉਂਕਿ ਸਾਡਾ ਫਰਜ਼ ਬਣਦਾ ਹੈ ਕਿ ਆਪ ਸੰਗਤਾਂ ਨੇ ਜੋ ਸਹਿਯੋਗ ਕੀਤਾ, ਜੋ ਸੇਵਾ ਕੀਤੀ, ਉਹਦਾ ਜੋ ਫਲ ਹੈ, ਉਹਦਾ ਜੋ ਰਿਜ਼ਲਟ ਹੈ, ਉਹ ਆਪ ਸੰਗਤਾਂ ਨੂੰ ਅਸੀਂ ਵਿਖਾਈਏ। ਸੋ ਸਾਡੇ ਨਾਲ ਭਾਈ ਸੁਖਵਿੰਦਰ ਸਿੰਘ ਵੀ ਨੇ,
ਉਹਨਾਂ ਦੇ ਪਰਿਵਾਰਕ ਮੈਂਬਰ ਵੀ ਹਨ। ਸੋ ਆਓ ਆਪਾਂ ਚੱਲਦੇ ਹਾਂ। ਇਹ ਭਾਈ ਸੁਖਵਿੰਦਰ ਸਿੰਘ ਦਾ ਘਰ ਹੈ, ਇੱਕ ਰੂਮ ਦਾ ਘਰ ਹੈ। ਇਹ ਰਸੋਈ ਹੈ ਉਹਨਾਂ ਦੀ, ਪਹਿਲਾਂ ਬਾਹਰ ਓਪਨ, ਔਰ ਨਾਲ ਫਿਰ ਅਗਲੇ ਪਾਸੇ ਰੂਮ ਹੈ। ਔਰ ਤੁਸੀਂ ਵੇਖ ਰਹੇ ਹੋ ਕਿ ਇਹ ਭਾਈ ਸੁਖਵਿੰਦਰ ਸਿੰਘ ਜੀ ਬੈਠੇ ਹੋਏ ਨੇ। ਇਹ ਮੈਂ ਬੇਨਤੀ ਕਰਾਂਗਾ ਭਾਈ ਸਾਹਿਬ ਨੂੰ ਕਿ ਭਾਈ ਸੁਖਵਿੰਦਰ ਸਿੰਘ ਦੀ ਜਿਹੜੀ ਤਸਵੀਰ ਉਹ ਆਪ ਸੰਗਤਾਂ ਨੂੰ ਦਿਖਾਈ ਜਾਵੇ। ਸੋ ਆਪਣੇ ਆਪ ਬੈਠੇ ਹੋਏ ਨੇ ਤੇ ਅੱਜ ਜਿਵੇਂ ਪਰਿਵਾਰ ਦੱਸ ਰਿਹਾ ਸੀਗਾ ਕਿ ਇਹਨਾਂ ਨੇ ਖਾਣਾ ਵੀ ਆਪ ਖਾਧਾ ਹੈ, ਆਪਣੇ ਹੱਥ ਦੇ ਨਾਲ ਖਾਧਾ ਹੈ, ਔਰ ਹਾਲੇ ਕਿ ਗੱਲ ਨੂੰ ਸਮਝਦੇ ਵੀ ਨੇ, ਸੁਣਦੇ ਵੀ ਨਹੀਂ, ਪਰ ਪੂਰੀ ਤਰ੍ਹਾਂ ਨਹੀਂ, ਕਿਉਂਕਿ ਦਿਮਾਗੀ ਸੱਟ ਹੈ। ਹੌਲੀ ਹੌਲੀ 10 12 15 ਦਿਨ ਬਾਅਦ ਰਿਕਵਰ ਹੋਣਗੇ। ਮਹੀਨਾ ਵੀ ਲੱਗ ਸਕਦਾ ਹੈ, 2 ਮਹੀਨੇ ਵੀ ਲੱਗ ਸਕਦੇ ਨੇ। ਸੋ ਹੌਲੀ ਹੌਲੀ ਰਿਕਵਰ ਹੋਣਗੇ। ਤੋ ਬੱਚੇ ਵੀ ਛੋਟੇ ਛੋਟੇ ਨੇ। ਪਰਿਵਾਰ ਜਿਹੜਾ ਹੈ ਆਪਣਾ ਗੁਜ਼ਾਰਾ ਜਿਹੜਾ ਹੈ ਉਹ ਦਿਹਾੜੀ ਦੱਪਾ ਕਰਕੇ ਕਰ ਰਿਹਾ ਸੀ। ਉਸ ਦਿਨ ਵੀ ਦੋਵੇਂ ਭਰਾ ਭਾਈ ਬਲਵਿੰਦਰ ਸਿੰਘ ਤੇ ਸੁਖਵਿੰਦਰ ਸਿੰਘ ਆਪਣੇ ਕੰਮ 'ਤੇ ਜਾ ਰਹੇ ਸਨ ਅਤੇ ਰਾਹ ਦੇ ਵਿੱਚ ਰੋਡ ਐਕਸੀਡੈਂਟ ਹੋਇਆ। ਔਰ ਇਹ ਪ੍ਰਮਾਤਮਾ ਦੀ ਕਿਰਪਾ ਕਹਿ ਲਓ ਕਿ ਕੁਝ ਗੁਰਮੁਖ ਪਿਆਰਿਆਂ ਨੇ, ਸੱਜਣਾ ਨੇ ਇਹਨਾਂ ਨੂੰ ਸਮੇਂ ਸਿਰ ਸੰਗਤ ਏਡ ਸੰਸਥਾ ਨਾਲ ਸੰਪਰਕ ਕੀਤਾ ਅਤੇ ਹਸਪੀਟਲ ਪਹੁੰਚਾਇਆ ਗਿਆ। ਉਸੇ ਵਕਤ ਸੰਗਤ ਏਡ ਨੇ ਇਹਨਾਂ ਦੇ ਇਲਾਜ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਆਪ ਸੰਗਤਾਂ ਦੇ ਸਹਿਯੋਗ ਨਾਲ ਲੈਣਾ ਕੀਤੀ। ਔਰ ਉਹਦਾ ਰਿਜ਼ਲਟ ਇਹ ਹੈ ਕਿ ਅੱਜ ਭਾਈ ਸੁਖਵਿੰਦਰ ਸਿੰਘ ਤੰਦਰੁਸਤ ਹੋ ਕੇ ਆਪਣੇ ਘਰ ਹੈ। ਇਹ ਵੀ ਮੈਂ ਦੱਸ ਦਿਆਂ, ਜਿਵੇਂ ਕਿ ਆਪਾਂ ਡਾਕਟਰ ਰਾਘਵ ਵਧਵਾ ਜੀ ਦੇ ਨਾਲ ਗੱਲਬਾਤ ਕੀਤੀ ਹੈ। ਡਾਕਟਰ ਰਾਘਵ ਵਧਵਾ ਜੀ ਦਾ ਵੀ ਕਹਿਣਾ ਸੀ ਵੀ ਜਿਸ ਤਰ੍ਹਾਂ ਦੀ ਕੰਡੀਸ਼ਨ ਸੀ, ਕਿਉਂਕਿ ਜਦੋਂ ਰੋਡ ਐਕਸੀਡੈਂਟ ਹੋਇਆ ਡਾਕਟਰ ਰਾਘਵ ਵਧਵਾ ਵੀ ਉੱਥੇ ਮੌਜੂਦ ਸਨ। ਉਹਨਾਂ ਨੇ ਦੱਸਿਆ ਵੀ ਬਲਵਿੰਦਰ ਸਿੰਘ ਜਿਹੜੇ ਨੇ ਉਹ ਉੱਥੇ ਥੋੜ੍ਹਾ ਜਿਹਾ ਸੱਟ ਤੇ ਉਹਨਾਂ ਨੂੰ ਵੀ ਕਾਫੀ ਸੀ, ਪਰ ਉਹ ਸੰਭਲ ਚੁੱਕੇ ਸਨ, ਉਹਨਾਂ ਦੀ ਸੱਟ ਇੰਨੀ ਜ਼ਿਆਦਾ ਨਹੀਂ ਸੀ। ਪਰ ਸੁਖਵਿੰਦਰ ਸਿੰਘ ਜਿਹੜੇ ਨੇ, ਜੇ ਇਹਨਾਂ ਨੂੰ ਕੋਈ 15-20 ਮਿੰਟ ਵੀ ਫਸਟ ਏਡ ਨਾ ਮਿਲਦੀ, ਮੁੱਢਲੀ ਮਦਦ ਨਾ ਮਿਲਦੀ, ਤੇ ਇਹਨਾਂ ਦੀ ਜਾਨ ਵੀ ਜਾ ਸਕਦੀ ਸੀਗੀ। ਇਹ ਅੱਜ ਆਪਣੇ ਪਰਿਵਾਰ ਵਿੱਚ ਨਾ ਹੁੰਦੀ। ਸੋ ਗੁਰੂ ਨੇ ਵੀ ਕਿਰਪਾ ਕੀਤੀ ਕਿ ਸਮੇਂ ਸਿਰ ਇਹਨਾਂ ਨੂੰ ਮਦਦ ਮਿਲ ਗਈ। ਆਪ ਸੰਗਤਾਂ ਨੇ ਵੀ ਬਹੁਤ ਸਹਿਯੋਗ ਕੀਤਾ। ਔਰ ਸੰਗਤ ਦੇ ਵਿੱਚ ਵੀ ਸਤਿਗੁਰੂ ਗਰੀਬ ਨਿਵਾਜ ਕਹਿੰਦੇ ਨੇ, ਰੱਬ ਵਸਦਾ ਹੈ, ਪਰਮਾਤਮਾ ਵਸਦਾ ਹੈ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਤੋ ਆਪ ਜੀ ਨੇ ਇਕੱਲੀ ਮਾਇਕ ਸਹਾਇਤਾ ਹੀ ਨਹੀਂ ਕੀਤੀ, ਆਪ ਜੀ ਨੇ ਅਰਦਾਸਾਂ ਵੀ ਕੀਤੀਆਂ ਹੋਣਗੀਆਂ ਕਿ ਚਲੋ ਇਸ ਪਰਿਵਾਰ ਦੀਆਂ ਖੁਸ਼ੀਆਂ ਜਿਹੜੀਆਂ ਉਹ ਵਾਪਸ ਹੋਣ, ਕਿਉਂਕਿ ਛੋਟੇ ਛੋਟੇ ਬੱਚੇ ਨੇ। ਇੱਕ ਛੋਟੀ ਗੁੜੀਆ ਹੈ, 1.5 ਸਾਲ ਦੀ ਹੈ ਲਗਭਗ, ਔਰ ਇੱਕ ਬੇਟਾ ਹੈ ਇਹਨਾਂ ਦਾ, ਜੇ ਸਾਹਮਣੇ ਬੈਠਾ ਹੈ ਆਪ ਵੇਖ ਸਕਦੇ ਹੋ। ਇਹ ਸੁਖਵਿੰਦਰ ਸਿੰਘ ਦਾ ਬੇਟਾ ਹੈ, ਛੋਟਾ ਹੈ, 3 ਸਾਲ ਦਾ ਹੈ, 3.5 ਸਾਲ ਦਾ ਹੈ। ਸੋ ਅੱਜ ਸੁਖਵਿੰਦਰ ਸਿੰਘ ਜੀ ਆਪਣੇ ਪਰਿਵਾਰ ਵਿੱਚ ਨਹੀਂ, ਹਾਲਾਂਕਿ ਪੂਰੀ ਤਰ੍ਹਾਂ ਫਿੱਟ ਨਹੀਂ ਹਨ, ਪਰ ਹੁਣ ਇਹਨਾਂ ਦੀ ਮੈਡੀਸਿਨ ਚੱਲੇਗੀ, ਟ੍ਰੀਟਮੈਂਟ ਹੋਵੇਗਾ, ਔਰ 2-3 ਮਹੀਨੇ ਦੇ ਵਿੱਚ ਵਿੱਚ ਰਿਕਵਰ ਹੋਣਗੇ। ਡਾਕਟਰ ਸਾਹਿਬਾਨਾਂ ਦਾ ਕਹਿਣਾ ਸਮਾਂ ਲੱਗ ਸਕਦਾ, ਪਰ ਸਭ ਤੋਂ ਵੱਡੀ ਗੱਲ ਇਹੀ ਹੈ ਕਿ ਇਹ ਆਪਣੇ ਪਰਿਵਾਰ ਵਿੱਚ ਪਹੁੰਚ ਚੁੱਕੇ ਨੇ। ਸੋ ਸਾਡੇ ਨਾਲ ਭਾਈ ਸੁਖਵਿੰਦਰ ਸਿੰਘ ਦੇ ਪਰਿਵਾਰਕ ਮੈਂਬਰ, ਉਹਨਾਂ ਦੇ ਦੋਨੋਂ ਭਰਾਤਾ, ਉਹਨਾਂ ਦੇ ਮਾਤਾ ਜੀ, ਉਹਨਾਂ ਦੀ ਵਾਈਫ, ਉਹਨਾਂ ਦੇ ਭਰਜਾਈ ਜੀ ਸਾਰੇ ਹਨ। ਉਹ ਵਾਰੀ ਸਾਰਿਆਂ ਦੇ ਨਾਲ ਆਪਾਂ ਗੱਲਬਾਤ ਕਰਕੇ ਸੁਖਵਿੰਦਰ ਸਿੰਘ ਉਹਨਾਂ ਦੇ ਤਾਜ਼ਾ ਸਿਹਤ ਬਾਰੇ ਜਾਣਕਾਰੀ ਲੈਣ ਦਾ ਯਤਨ ਕਰਦੇ ਹਾਂ। ਸਭ ਤੋਂ ਪਹਿਲਾਂ ਇਹ ਸਭ ਤੋਂ ਛੋਟੇ ਬ੍ਰਦਰ ਨੇ ਭਾਈ ਹਰਵਿੰਦਰ ਸਿੰਘ। ਵਾਹਿਗੁਰੂ ਜੀ ਕਾ ਖਾਲਸਾ। ਇਹ ਭਾਈ ਹਰਵਿੰਦਰ ਸਿੰਘ ਜਿਹੜੇ ਨੇ ਇਹ ਗੁਰਸਿੱਖੀ ਨਾਲ ਜੁੜੇ ਹੋਏ ਨੇ, ਔਰ ਇਹਨਾਂ ਦੀ ਜਿਹੜੀ ਦੁਕਾਨ ਹੈ, ਪਹਿਲਾਂ ਕਕਾਰ ਜਿਹੜੇ ਉਹਨਾਂ ਦੀ ਸੇਵਾ ਕਰਦੇ ਸੀ, ਸੰਗਤ ਨੂੰ ਕਕਾਰ ਸਪਲਾਈ ਕਰਦੇ ਸੀਗੇ, ਇਹ ਉਹਨਾਂ ਦੇ ਰੁਜ਼ਗਾਰ ਦਾ ਸਾਧਨ ਵੀ ਸੀਗਾ। ਸਿੱਖੀ ਨਾਲ ਜੁੜੇ ਹੋਏ ਨੇ, ਔਰ ਇਹਨਾਂ ਦਾ ਜਿਹੜਾ ਜੀਵਨ ਹੈ ਸਿੱਖੀ ਨਾਲ ਜੁੜਿਆ ਹੋਣ ਕਰਕੇ ਹੀ, ਬਾਣੀ ਪੜ੍ਹਨ ਦਾ ਕਰਕੇ ਹੀ ਪ੍ਰਮਾਤਮਾ ਨੇ ਕਿਰਪਾ ਕੀਤੀ। ਬਹੁਤ ਸਾਰੇ ਸਿੱਖ ਭਰਾ ਜਿਹੜੇ ਸਨ ਉਹਨਾਂ ਨੇ ਵੀ ਪਿੱਛੇ ਪਹੁੰਚ ਕੀਤੀ। ਸੋ ਭਾਈ ਸਾਹਿਬ, ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੁਰਮੁਖ ਪਿਆਰਿਓ, ਜੋ ਕਿ ਸਾਡੇ ਦੋਨੇ ਵੀਰਾਂ ਦਾ ਭਿਆਨਕ ਐਕਸੀਡੈਂਟ ਹੋਇਆ ਸੀਗਾ ਕੁਝ ਦਿਨ, ਸਵਾ ਮਹੀਨਾ ਪਹਿਲਾਂ, ਅਤੇ ਕੋਈ ਆਸ ਨਹੀਂ ਸੀ ਸਾਡੇ ਪਰਿਵਾਰ ਨੂੰ ਕਿ ਬਹੁਤ ਮਾੜੇ ਹਾਲਾਤ ਸੀਗੇ ਸਾਡੇ, ਅਤੇ ਗੁਰੂ ਸਾਹਿਬ ਦੀ ਕਿਰਪਾ ਅਤੇ ਆਪ ਦੀ ਸਹਿਯੋਗ ਦੇ ਨਾਲ ਜੋ ਕਿ ਵੀਰ ਮੇਰੇ ਦਾ ਇਲਾਜ ਹੋਇਆ ਅਤੇ ਬਹੁਤ ਚੜ੍ਹਦੀ ਕਲਾ ਦੇ ਵਿੱਚ ਵੀਰ ਮੇਰੇ ਤੰਦਰੁਸਤ ਹੋ ਰਹੇ ਨੇ। ਅਤੇ ਆਪ ਸੰਗਤ ਦਾ ਮੈਡੀਕਲ ਸੰਗਤ ਦਾ ਬਹੁਤ ਤਹਿ ਦਿਲੋਂ ਧੰਨਵਾਦ ਸਾਰੇ ਪਰਿਵਾਰ ਵੱਲੋਂ ਅਤੇ ਸਾਰੀ ਸੰਗਤ ਵੱਲੋਂ। ਅਤੇ ਇਹ ਅਸਲ ਦੇ ਵਿੱਚ ਗੁਰਸਿੱਖੀ ਦੀ ਅਸਲ ਦੇ ਵਿੱਚ ਇਹੀ ਹੈ ਸੇਵਾ, ਜੋ ਆਪਣੇ ਗਰੀਬਾਂ ਦਾ ਸੇਵਾ ਕਰਦੇ ਨੇ। ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਸਾਰੇ ਪਰਿਵਾਰ। ਸੋ ਭਾਈ ਹਰਵਿੰਦਰ ਸਿੰਘ ਜੀ ਆਪ ਸੰਗਤਾਂ ਦਾ ਧੰਨਵਾਦ ਵੀ ਕਰ ਰਹੇ ਨੇ। ਵਾਕਿਆ ਹੀ ਸੇਵਾ ਇਹੀ ਹੈ ਕਿ ਜਦੋਂ ਕਿਸੇ ਗਰੀਬ ਨੂੰ, ਲੋੜਵੰਦ ਨੂੰ ਲੋੜ ਹੋਵੇ, ਉਦੋਂ ਦੀ ਬਾਂਹ ਫੜੀ ਜਾਵੇ। ਇਹ ਚੀਜ਼ ਸਾਨੂੰ ਗੁਰੂ ਸਾਹਿਬਾਂ ਨੇ ਸਿਖਾਈ ਹੈ। ਜਦੋਂ ਲਾਹੌਰ ਵਿੱਚ ਕਾਲ ਪਿਆ ਸੀਗਾ, ਸਰਕਾਰਾਂ ਫੇਲ ਹੋ ਚੁੱਕੀਆਂ ਸੀਗੀਆਂ,
ਤਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਲਾਹੌਰ ਪਹੁੰਚਦੇ ਨੇ। ਉੱਥੇ ਕਾਲ ਪੈਣ ਕਰਕੇ ਲੋਕ ਮਰ ਵੀ ਰਹੇ ਸਨ, ਬਿਮਾਰੀਆਂ ਫੈਲ ਰਹੀਆਂ ਸਨ। ਜਿਹੜੇ ਸਰਮਾਏਦਾਰ ਲੋਕ ਨੇ ਉਹਦੇ ਆਪਣਾ ਇਲਾਜ ਹਕੀਮਾਂ ਦੇ ਦੁਆਰਾ ਕਰਵਾ ਰਹੇ ਸਨ, ਪਰ ਜਿਹੜੇ ਗਰੀਬ ਸਨ ਉਹਨਾਂ ਦੀ ਜਾਨ ਜਿਹੜੀ ਹੈ ਉਹ ਮੌਤ ਦੇ ਮੂੰਹ ਵਿੱਚ ਜਾ ਰਹੀ ਸੀ। ਉਦੋਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣਾ ਕੇਂਦਰ ਅੰਮ੍ਰਿਤਸਰ ਦੀ ਜਗ੍ਹਾ ਲਾਹੌਰ ਸਥਾਪਿਤ ਕਰ ਲਿਆ। ਤਮਾਮ ਸੰਗਤਾਂ ਨੂੰ ਉੱਥੇ ਸੱਦਾ ਦਿੱਤਾ, ਉੱਥੇ ਪਹੁੰਚੀਆਂ ਤਾਂ ਉਹਨਾਂ ਲੋਕਾਂ ਦੀ ਬਾਂਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਫੜੀ। ਤਾਂ ਗਰੀਬਾਂ ਨੂੰ ਨਿਵਾਜਣ ਵਾਲੇ ਸਤਿਗੁਰੂ ਹਨ, ਔਰ ਆਪ ਸੰਗਤਾਂ ਨੇ ਵੀ ਆਪਣੇ ਗੁਰੂ ਸਾਹਿਬਾਨਾਂ ਦੇ ਨਕਸ਼ੇ ਕਦਮਾਂ 'ਤੇ ਚੱਲ ਕੇ ਇਹ ਗਰੀਬ ਪਰਿਵਾਰ ਦੀ ਬਾਂਹ ਫੜੀ ਹੈ। ਸੋ ਜਿਵੇਂ ਕਿ ਕਵੀ ਸੰਤੋਖ ਸਿੰਘ ਜੀ ਨੇ ਵੀ ਕਿਹਾ ਕਿ ਗੁਰੂ ਸਾਹਿਬਾਨਾਂ ਦਾ ਕਹਿਣਾ ਸੀਗਾ ਕਿ ਅਸੀਂ ਸਰੀਰ ਕਰਕੇ ਭਾਵੇਂ ਇੱਥੇ ਨਾ ਹੋਵਾਂਗੇ, ਪਰ ਜਿਹੜੀ ਸਾਡੀ ਆਤਮਾ ਸਾਡੀ ਸੰਗਤ ਵਿੱਚ ਵਸੇਗੀ। ਜਿਹੜੀਆਂ ਸਹੂਲਤਾਂ ਅਸੀਂ ਸਿੱਖਾਂ ਨੂੰ ਦੇ ਰਹੇ ਹਾਂ ਜਾਂ ਮਨੁੱਖਤਾ ਨੂੰ ਇਹ ਸਾਡੀ ਸੰਗਤ ਦੇਵੇਗੀ, ਉਹ ਦਿੱਤੀ। ਆਪ ਵੇਖ ਰਹੇ ਹੋ ਕਿਵੇਂ ਭਾਈ ਸੁਖਵਿੰਦਰ ਸਿੰਘ ਜੀ ਆਪਣੇ ਬੱਚਿਆਂ ਨਾਲ ਲਾਡ ਲਡਾ ਰਹੇ ਨੇ, ਬੇਟੀ ਦਾ ਮੱਥਾ ਚੁੰਮ ਰਹੇ ਨੇ ਕਿ ਸਮਝ ਹੈ ਹੁਣ ਸਾਰੀ ਉਹਨਾਂ ਨੂੰ। ਜਿਵੇਂ ਉਹਨਾਂ ਦੀ ਬ੍ਰੇਨ ਦੀ ਸੱਟ ਸੀਗੀ, ਚੋਟ ਸੀ, ਉਹ ਤੋਂ ਉੱਭਰ ਚੁੱਕੇ ਨੇ। ਹੁਣ ਸਮਝ ਹੈ ਪਰਿਵਾਰ ਦੀ, ਮੇਰੇ ਬੇਟੇ ਨੇ, ਮੇਰੀ ਮਾਂ ਹੈ, ਮੇਰਾ ਭਰਾ ਹੈ। ਸੋ ਇਹ ਸਾਰੀ ਜਾਣਕਾਰੀ ਇਹਨਾਂ ਨੂੰ ਹੌਲੀ ਹੌਲੀ ਮਿਲ ਰਹੀ ਹੈ। ਇਹ ਬੜਾ ਅਸੀਂ ਇਹ ਚੀਜ਼ ਵਿਖਾ ਰਹੇ ਹਾਂ ਤੁਹਾਨੂੰ ਕਿ ਕਿੰਨੀ ਖੁਸ਼ੀ ਹੈ ਪਰਿਵਾਰ ਦੇ ਅੰਦਰ। ਜਿਸ ਜੀ ਦੇ ਮੁੜਨ ਦੀ ਆਸ ਨਹੀਂ ਸੀ, ਅੱਜ ਉਹ ਪਰਿਵਾਰ ਦੇ ਵਿੱਚ ਬੈਠਾ ਹੋਇਆ ਹੈ। ਸੋ ਸਾਡੇ ਨਾਲ ਭਾਈ ਸੁਖਵਿੰਦਰ ਸਿੰਘ ਜੀ ਦੇ ਮਾਤਾ ਜੀ ਹਨ। ਆਓ ਆਪ ਸੰਗਤਾਂ ਦੇ ਰੂਬਰੂ ਮਾਤਾ ਜੀ ਨੂੰ ਕਰਾਉਂਦੇ ਹਾਂ। ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ। ਇਹ ਪਿਆਰੀ ਸਾਧ ਸੰਗਤ ਨੇ ਜੋ ਵੀ ਸਾਡੇ ਨਾਲ, ਬਹੁਤ ਬਹੁਤ ਉਹਨਾਂ ਦਾ ਧੰਨਵਾਦ ਆ ਜਿਨ੍ਹਾਂ ਨੇ ਸਾਡੀ ਬਾਂਹ ਫੜੀ ਆ। ਮਾਲਕ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ। ਧੰਨਵਾਦ ਉਹਨਾਂ ਮਾਵਾਂ ਦਾ ਜਿਨ੍ਹਾਂ ਨੇ ਇਹ ਸੂਰਮੇ ਪੁੱਤ ਜੰਮੇ ਨੇ ਤੇ ਇਹਨਾਂ ਬੱਚਿਆਂ ਦੀ ਵੀ ਨਾਲ ਸਹਾਇਤਾ ਕੀਤੀ ਆ, ਡਿੱਗਦਿਆਂ ਨੂੰ ਉਠਾਇਆ। ਇਹ ਮਹਾਰਾਜ ਸੱਚਾ ਪਾਤਸ਼ਾਹ ਉਹਨਾਂ ਦੀ ਚੜ੍ਹਦੀ ਕਲਾ 'ਚ ਰੱਖੇ। ਜਿਸ ਤਰ੍ਹਾਂ ਮੇਰੀ ਹਿਰਦੇ ਨੂੰ ਠੰਡ ਪਾਈ ਆ, ਮਾਲਕਾ ਸਭ ਦੀਆਂ ਮਾਵਾਂ ਨੂੰ ਠੰਡ ਪਾਵੀਂ। ਕੋਲ ਤੇ ਦੀਵਾ ਹਰ ਇੱਕ ਦਾ ਜਗੇ। ਇਹ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ। ਮਾਲਕਾ ਸੱਚੇ ਪਾਤਸ਼ਾਹ ਉਹਨਾਂ ਦੀ ਚੜ੍ਹਦੀ ਕਲਾ 'ਚ ਰੱਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਤਸੰਗ ਜੀ ਮਾਤਾ ਜੀ ਭਾਵੁਕ ਵੀ ਹੋ ਰਹੇ ਨੇ, ਔਰ ਜਿਵੇਂ ਕਹਿ ਰਹੇ ਨੇ ਕਿ ਸੂਰਮੇ ਉਹਨਾਂ ਸ਼ਬਦ ਆਪ ਸੰਗਤਾਂ ਵਾਸਤੇ ਵਰਤਿਆ ਜਿਨ੍ਹਾਂ ਨੇ ਦਲੇਰੀ ਕੀਤੀ, ਦਿਲ ਕੱਢਿਆ ਔਰ ਗੁਰੂ ਦੀ ਸੇਵਾ ਜਾਣ ਕੇ ਆਪ ਜੀ ਨੇ ਭਾਈ ਸੁਖਵਿੰਦਰ ਸਿੰਘ ਦੇ ਪਰਿਵਾਰ ਦੀ ਮਦਦ ਕੀਤੀ। ਕਿਸੇ ਨੇ ਆਪਣੀ ਕਮਾਈ ਦੇ ਵਿੱਚੋਂ 10 ਪਾਉਂਡ, ਕਿਸੇ ਨੇ 100 ਪਾਉਂਡ, ਕਿਸੇ ਨੇ 150 ਪਾਉਂਡ, ਜਿੰਨਾ ਵੀ ਹੋ ਸਕਿਆ ਆਪ ਜੀ ਨੇ ਸੰਗਤ ਏਡ ਸੰਸਥਾ ਦੇ ਸੱਦੇ ਤੇ ਆਪਣੀ ਕਮਾਈ ਵਿੱਚੋਂ ਦਸਵੰਧ ਕੱਢ ਕੇ ਭਾਈ ਸੁਖਵਿੰਦਰ ਸਿੰਘ ਦੇ ਇਲਾਜ ਵਾਸਤੇ ਉਹ ਜਿਹੜੀ ਮਾਇਆ ਦਿੱਤੀ। ਔਰ ਆਪ ਜੀ ਦੀ ਦਿੱਤੀ ਹੋਈ ਜਿਹੜੀ ਮਾਇਆ ਉਹ ਸੰਗਤ ਏਡ ਸੰਸਥਾ ਨੇ ਸਮੇਂ ਸਿਰ ਪਰਿਵਾਰ ਨੂੰ ਸਹਾਇਤਾ ਦੇ ਰੂਪ ਵਿੱਚ ਪਹੁੰਚਾਈ। ਇਹਨਾਂ ਦਾ ਟ੍ਰੀਟਮੈਂਟ ਚੱਲਿਆ ਔਰ ਵਾਕਿਆ ਇਹ ਸੂਰਮਤਾ ਹੀ ਹੈ, ਕਿਉਂਕਿ ਗੁਰਦੇਵ ਬਾਣੀ ਵਿੱਚ ਕਹਿੰਦੇ ਨੇ ਕੋਈ ਸੂਰਮਾ ਉਹ ਨਹੀਂ ਹੈ ਜਿਹੜਾ ਧਰਤੀ ਦੇ ਟੁਕੜਿਆਂ ਤੇ ਕਬਜ਼ੇ ਕਰਦਾ ਹੈ ਜਾਂ ਕੋਈ ਮੁਲਕ ਜਿੱਤ ਲੈਂਦਾ ਹੈ ਜਾਂ ਕੋਈ ਬਾਦਸ਼ਾਹੀ ਗ੍ਰਹਿਣ ਕਰ ਲੈਂਦਾ ਹੈ। ਸੂਰਮਾ ਉਹ ਹੈ ਜਿਹਦੇ ਅੰਦਰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਰੰਗ ਪੈਦਾ ਹੋ ਜਾਂਦਾ, ਪਿਆਰ ਪੈਦਾ ਹੋ ਜਾਂਦਾ, ਔਰ ਇਸ ਪਿਆਰ ਨੂੰ ਲੈ ਕੇ ਉਹ ਲੋਕ ਭਲਾਈ ਵਾਸਤੇ ਆਪਣੇ ਕਾਰਜ ਕਰਦਾ, ਪਰਉਪਕਾਰ ਵਾਸਤੇ ਜੀਵਨ ਬਤੀਤ ਕਰਦਾ। ਉਹ ਆਪਣੇ ਆਤਮਾ ਨੂੰ ਜਿੱਤ ਲੈਂਦਾ। ਗੁਰਦੇਵ ਕਹਿੰਦੇ ਜਾਂ ਕਉ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀਅਤ ਹੈ ਸੂਰਾ, ਆਤਮ ਜਣੈ ਸਗਲ ਵਸਤਾਂ ਕੇ ਜਾਂ ਕਾ ਸਤਿਗੁਰ ਪੂਰਾ। ਸੋ ਇਹੀ ਸਭ ਤੋਂ ਵੱਡੀ ਸੇਵਾ ਹੈ। ਸੋ ਸਾਡੇ ਨਾਲ ਨੇ ਭਾਈ ਬਲਵਿੰਦਰ ਸਿੰਘ। ਇਹ ਭਾਈ ਬਲਵਿੰਦਰ ਸਿੰਘ ਵੀ ਇਹ ਰੋਡ ਐਕਸੀਡੈਂਟ ਵਿੱਚ ਭਾਈ ਸੁਖਵਿੰਦਰ ਸਿੰਘ ਦੇ ਨਾਲ ਹੀ ਫੱਟੜ ਹੋਏ ਸਨ। ਸੋ ਭਾਈ ਬਲਵਿੰਦਰ ਸਿੰਘ ਜਿਹੜੇ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ। ਭਾਈ ਬਲਵਿੰਦਰ ਸਿੰਘ ਜੀ, ਤੁਹਾਡੇ ਭਰਾ ਜਿਹੜੇ ਨੇ ਉਹ ਠੀਕ ਹੋ ਕੇ ਘਰ ਆ ਗਏ ਨੇ, ਤੁਸੀਂ ਵੀ ਠੀਕ ਹੋ। ਸੋ ਕੀ ਕਹਿਣਾ ਚਾਹੋਗੇ? ਸੰਗਤ ਆਪ ਜੀ ਨੂੰ ਸੁਣ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਡੀ ਜੋ ਵੀ ਸੰਗਤ ਏਡ ਵੱਲੋਂ ਸਾਡੀ ਮਦਦ ਕੀਤੀ ਗਈ, ਇਲਾਜ ਕਰਵਾਇਆ ਗਿਆ ਔਰ ਅਸੀਂ ਬਿਲਕੁਲ ਠੀਕ ਹਾਂ। ਮੇਰੇ ਵੀਰ ਨੂੰ ਦੁਬਾਰਾ ਜੀਵਨ ਜਿਹੜਾ ਬਖਸ਼ਿਆ ਗਿਆ ਹੈ ਸੰਗਤ ਵੱਲੋਂ, ਇਹ ਨਵਾਂ ਜੀਵਨ ਦਿੱਤਾ ਗਿਆ ਹੈ। ਸੋ ਅਸੀਂ ਸਾਰੀ ਸੰਗਤ ਦਾ, ਸਾਡਾ ਸਾਰਾ ਪਰਿਵਾਰ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਔਰ ਕਿਰਪਾ ਕਰੋ ਇਸੇ ਤਰ੍ਹਾਂ ਹੀ ਹਰ ਇੱਕ ਮਜ਼ਲੂਮਾਂ ਦੀ, ਗਰੀਬਾਂ ਦੀ ਬਾਂਹ ਫੜਦੇ ਜੋ। ਮਹਾਰਾਜ ਆਪ ਜੀ ਨੂੰ ਚੜ੍ਹਦੀਆਂ ਕਲਾਂ ਵਿੱਚ ਰੱਖੇ ਔਰ ਇਸੇ ਤਰ੍ਹਾਂ ਹੀ ਗਰੀਬ ਪਰਿਵਾਰ, ਕੋਈ ਵੀ ਲੋੜਵੰਦ, ਕੋਈ ਦਵਾਈ ਤੋਂ, ਕੋਈ ਇਲਾਜ ਦੁੱਖੋਂ ਇਸ ਤਰ੍ਹਾਂ ਨਾ ਵਾਂਝਾ ਰਵੇ। ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਸਾਡੇ ਬੱਚੇ ਆਪ ਜੀ ਦੇ ਬਹੁਤ ਧੰਨਵਾਦੀ ਹਨ, ਪੂਰਾ ਪਰਿਵਾਰ ਆਪ ਜੀ ਦਾ ਧੰਨਵਾਦੀ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਮੈਂ ਬੇਨਤੀ ਕਰਾਂਗਾ ਭਾਈ ਸੁਖਵਿੰਦਰ ਸਿੰਘ ਦੀ ਜੋ ਵਾਈਫ ਨੇ, ਧਰਮ ਪਤਨੀ ਨੇ, ਜਦੋਂ ਪਹਿਲੇ ਦਿਨ ਅਸੀਂ ਆਏ ਸਾਂ ਪਰਿਵਾਰ ਦਾ ਜਾਇਜ਼ਾ ਲੈਣ ਵਾਸਤੇ, ਉਦੋਂ ਉਹਨਾਂ ਨੇ ਕਾਫੀ ਦਿਲ ਵੀ ਛੱਡਿਆ ਹੋਇਆ ਸੀ, ਹੁੰਦਾ ਵੀ ਹੈ, ਕਿਉਂਕਿ ਬਹੁਤ
ਵੱਡਾ ਇਹ ਦੁੱਖ ਹੁੰਦਾ ਹੈ। ਇੱਕ ਜੀਵਨ ਸਾਥੀ ਜਿਹੜਾ ਹੈ ਉਹ ਬਹੁਤ ਨਾਜ਼ੁਕ ਹਾਲਤ ਵਿੱਚ ਹੋਵੇ ਤੇ ਛੋਟੇ ਛੋਟੇ ਬੱਚਿਆਂ ਦਾ ਬੋਝ ਵੀ ਸਿਰ ਤੇ ਹੋਵੇ, ਭਾਵੇਂ ਕਿ ਬਾਕੀ ਸਾਰਾ ਪਰਿਵਾਰ ਹੈ, ਪਰ ਪਤੀ ਪਤਨੀ ਦਾ ਜੋ ਰਿਸ਼ਤਾ ਹੈ ਉਹ ਆਪਣਾ ਹੀ ਹੈ। ਉਹ ਦਿਨ ਭੈਣ ਜੀ ਕਾਫੀ ਉਦਾਸ ਵੀ ਸਨ। ਸੋ ਅੱਜ ਉਹ ਸਾਡੇ ਨਾਲ ਨੇ, ਸਭ ਅਸੀਂ ਗੱਲਬਾਤ ਕਰਾਂਗੇ। ਸੋ ਭੈਣ ਜੀ, ਸੰਗਤ ਆਪ ਜੀ ਨੂੰ ਸੁਣ ਰਹੀ, ਅੱਜ ਭਾਈ ਸੁਖਵਿੰਦਰ ਸਿੰਘ ਜੀ ਠੀਕ ਹੋ ਕੇ ਪਰਿਵਾਰ ਵਿੱਚ ਆਏ ਨੇ, ਕੀ ਕਹਿਣਾ ਚਾਹੋਗੇ ਸੰਗਤ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਐਡਸਸ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇਹਨਾਂ ਨੂੰ ਨਵਾਂ ਜੀਵਨ ਦਾਨ ਬਖਸ਼ਿਆ। ਉਹਨਾਂ ਦੀ ਸੇਵਾ ਦੇ ਨਾਲ ਹੀ ਇਹਨਾਂ ਦਾ ਮੁੜ ਤੋਂ ਜੀਵਨ ਦਾਨ ਆਈ। ਗਾਂ ਵੀ ਮੈਂ ਇਹੀ ਹੱਥ ਜੋੜਦੀ ਹਾਂ ਕਿ ਸੱਚੇ ਪਾਤਸ਼ਾਹ ਇਹਨਾਂ ਨੂੰ ਜਲਦੀ ਤੋਂ ਜਲਦੀ ਠੀਕ ਕਰਨ। ਸੋ ਸਾਧ ਸੰਗਤ ਜੀ, ਇਹ ਜਿਵੇਂ ਕਿ ਆਪ ਜੀ ਸੁਣ ਰਹੇ ਸੀਗੇ, ਭਾਈ ਸੁਖਵਿੰਦਰ ਸਿੰਘ ਦੇ ਧਰਮ ਪਤਨੀ ਨੇ ਕਹਿ ਰਹੇ ਨੇ, ਧੰਨਵਾਦ ਵੀ ਕਰ ਰਹੇ ਨੇ ਸੰਗਤ ਦਾ। ਸੋ ਆਪ ਸੰਗਤਾਂ ਨੇ ਜਿਸ ਤਰ੍ਹਾਂ ਭਾਈ ਸੁਖਵਿੰਦਰ ਸਿੰਘ ਦੇ ਇਲਾਜ ਵਿੱਚ ਸਹਿਯੋਗ ਕੀਤਾ ਹੈ ਔਰ ਸੰਗਤ ਏਡ ਸੰਸਥਾ ਨੇ ਆਪ ਸੰਗਤਾਂ ਦੇ ਸਹਿਯੋਗ ਸਦਕਾ ਭਾਈ ਸੁਖਵਿੰਦਰ ਸਿੰਘ ਦੇ ਪਰਿਵਾਰ ਦੀ ਹੈਲਪ ਕੀਤੀ ਹੈ, ਮਦਦ ਕੀਤੀ ਹੈ, ਉਹਨਾਂ ਨੂੰ ਤੰਦਰੁਸਤ ਕਰਕੇ ਘਰ ਪਹੁੰਚਾਇਆ ਹੈ। ਇਸ ਤਰ੍ਹਾਂ ਬੇਅੰਤ ਲੋੜਵੰਦ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਪਰਿਵਾਰ ਨੇ। ਕੋਈ ਇਲਾਜ ਦੇਖਣ ਨੂੰ ਬੈਠਾ ਹੈ ਕਿਉਂਕਿ ਹਾਲਾਤ ਇੱਥੇ ਇੱਦਾਂ ਦੇ ਨੇ, ਕੋਈ ਸਾਰ ਲੈਣ ਵਾਲਾ ਨਹੀਂ ਹੈ, ਕੋਈ ਜ਼ਿੰਮੇਵਾਰੀ ਸਮਝਣ ਵਾਲਾ ਨਹੀਂ ਹੈ। ਜਿਹੜਾ ਜ਼ਿੰਮੇਵਾਰੀ ਸਮਝ ਸਕਦਾ ਉਹ ਵੀ ਸਮਝ ਨਹੀਂ ਰਿਹਾ। ਲੋਕਾਂ ਨੂੰ ਉਹਨਾਂ ਦੇ ਹਾਲ 'ਤੇ ਛੱਡਿਆ ਹੋਇਆ ਹੈ। ਲੋਕ ਜੋ ਕਮਾ ਰਹੇ ਨੇ ਉੱਥੇ ਹੀ ਆਪਣਾ ਗੁਜ਼ਾਰਾ ਕਰ ਰਹੇ ਨੇ। ਨਾ ਇੱਥੇ ਕਿਸੇ ਨੂੰ ਰੁਜ਼ਗਾਰ ਦਾ ਹੀ ਕੋਈ ਸਾਧਨ ਜਿਹੜਾ ਹੈ ਉਪਲਬਧ ਹੋ ਰਿਹਾ ਹੈ। ਵਿਚਾਰੇ ਲੋਕ ਆਪੋ ਆਪਣੇ ਛੋਟੇ ਛੋਟੇ ਬਿਜ਼ਨਸ, ਬਾਹਰ ਦੂਜਿਆਂ ਦੀਆਂ ਲੋੜਾਂ ਵੇਖ ਕੇ ਉਸ ਤਰ੍ਹਾਂ ਦਾ ਕੰਮ ਜਿਹੜਾ ਹੈ ਅਪਣਾ ਲੈਂਦੇ ਨੇ। ਤਾਂ ਇਸ ਵਕਤ ਪੰਜਾਬ ਦੀ ਸਥਿਤੀ ਜਿਹੜੀ ਹੈ ਉਹ ਆਪ ਸੰਗਤਾਂ ਜਾਣਦੇ ਹੋ, ਤੁਹਾਡੇ ਤੋਂ ਕੁਝ ਲਿਖਿਆ ਛੁਪਿਆ ਨਹੀਂ ਹੈਗਾ। ਤਾਂ ਇਹਦੇ ਵਿੱਚ ਇਹ ਹੁੰਦਾ ਹੈ ਕਿ ਜਿਹੜੇ ਤੇ ਜਿਨ੍ਹਾਂ ਦੀ ਤਾਂ ਕੋਈ ਆਮਦਨ, ਜਿਨ੍ਹਾਂ ਦੀ ਕਮਾਈ ਹੈ, ਉਹਨਾਂ ਦਾ ਇਹੋ ਜਿਹੇ ਸਮੇਂ ਦੇ ਵਿੱਚ ਠੀਕ ਚੱਲ ਜਾਂਦਾ ਹੈ। ਪਰ ਜਿਹੜੇ ਵਿਚਾਰੇ ਪਰਿਵਾਰ ਕੇਵਲ ਇੰਨੀ ਕੁ ਕਮਾਈ ਆਉਂਦੀ ਹੈ ਕਿ ਬਾਹਰੋਂ ਕਮਾ ਕੇ ਲਿਆਂਦਾ, 2 ਟਾਈਮ ਦੀ ਰੋਟੀ ਪੱਕ ਗਈ, ਜਾਂ ਆਪਣਾ ਮੌਸਮ ਦੇ ਹਿਸਾਬ ਨਾਲ ਲੀੜਾ ਕੱਪੜਾ ਆ ਗਿਆ, ਜਾਂ ਕੋਈ ਛੋਟਾ ਮੋਟਾ ਕੋਈ ਘਰੇਲੂ ਕੋਈ ਕੰਮ ਉਹ ਕਰ ਲਿਆ। ਅਤੇ ਜਦੋਂ ਇਹੋ ਜਿਹਾ ਕੋਈ ਕਾਰਜ ਪੈਂਦਾ, ਬੜੇ ਐਸੇ ਲੋੜਵੰਦ ਪਰਿਵਾਰ ਨੇ ਜਿਹੜੇ ਇਲਾਜ ਖੁਣੋਂ ਪੈਸੇ ਦੀ ਕਮੀ ਕਰਕੇ ਵਿਚਾਰੇ ਉਹ ਆਪਣੇ ਘਰਾਂ ਦੇ ਵਿੱਚ ਰੱਬ ਦਾ ਭਾਣਾ ਮੰਨ ਕੇ ਬੈਠੇ ਹੋਏ ਨੇ। ਸੋ ਆਪ ਸੰਗਤਾਂ ਇਸੇ ਤਰ੍ਹਾਂ ਸਹਿਯੋਗ ਕਰਦੇ ਰਹੋ। ਸੰਗਤ ਏਡ ਸੰਸਥਾ ਆਪ ਸੰਗਤਾਂ ਨੂੰ ਇਹ ਵਿਸ਼ਵਾਸ ਦਿਵਾਉਂਦੀ ਹੈ, ਅਸੀਂ ਹਰ ਉਸ ਲੋੜਵੰਦ ਤੱਕ ਪਹੁੰਚਾਂਗੇ ਜਿਸ ਵੀ ਲੋੜਵੰਦ ਨੂੰ ਪੈਸੇ ਦੇ ਜ਼ਰੀਏ ਸੁੱਖ ਮਿਲਣ ਦੀ ਕੋਈ ਆਸ ਹੈ। ਕਿਉਂਕਿ ਕਈ ਵਾਰ ਹੁੰਦਾ ਹੈ ਕਿ ਮਨੁੱਖ ਇਲਾਜ ਖੁਣੋਂ ਰਹਿ ਜਾਂਦਾ। ਬਹੁਤਾਤ ਐਸਾ ਹੀ ਹੋ ਰਿਹਾ ਇੱਥੇ, ਕੋਈ ਸਾਰ ਲੈਣ ਵਾਲਾ ਨਹੀਂ ਹੈ। ਸੋ ਆਪ ਸੰਗਤਾਂ ਪੰਜਾਬ ਦੀ ਮਿੱਟੀ ਨਾਲ ਮਨ ਕਰਕੇ ਵੀ ਜੁੜੇ ਹੋਏ ਹੋ, ਤਨ ਕਰਕੇ ਵੀ ਜੁੜੇ ਹੋਏ ਹੋ, ਵਿਦੇਸ਼ਾਂ ਵਿੱਚ ਕਮਾਈ ਕਰ ਰਹੇ ਹੋ। ਆਪ ਜੀ ਨੂੰ ਜੋ ਸੁੱਖ ਨੇ ਉਹਨੂੰ ਮਹਿਸੂਸ ਕਰਕੇ ਇੱਥੇ ਆਪਾਂ ਜ਼ਿਆਦਾ ਨਹੀਂ, ਕਿਸੇ ਦਾ ਮੁਕੰਮਲ ਤਾਂ ਨਹੀਂ ਕਰ ਸਕਦੇ, ਪਰ ਘੱਟੋ ਘੱਟ ਅਸੀਂ ਜੇ ਕਿਸੇ ਨੂੰ 30-40% ਵੀ ਸਕੂਨ ਦੇ ਸਕੀਏ ਤੇ ਸਾਡਾ ਜਿਹੜਾ ਮਨੁੱਖਾ ਜਨਮ ਹੈ ਉਹ ਸਫਲ ਹੈ। ਇਸੇ ਤਰ੍ਹਾਂ ਆਪ ਸੰਗਤਾਂ ਸਹਿਯੋਗ ਕਰਦੇ ਰਹੋ ਔਰ ਸੰਗਤ ਏਡ ਸੰਸਥਾ ਜਿਹੜੀ ਹੈ ਉਹ ਆਪ ਜੀ ਦੇ ਵਿਸ਼ਵਾਸ ਨੂੰ ਇਸੇ ਤਰ੍ਹਾਂ ਬਹਾਲ ਰੱਖ ਕੇ ਲੋੜਵੰਦਾਂ ਦੀ ਸੇਵਾ ਜਿਹੜੀ ਉਹ ਕਰਦੀ ਰਹੇਗੀ ਜੀ। ਇੱਥੇ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।